हेलो एवरीवन, सत श्री अकाल सारिਆਂ ਨੂੰ। ਵੈਲਕਮ ਟੂ ਇੰਜੀਨੀਅਰ ਕਰੀਅਰ ਪੁਆਇੰਟ। PSTCL ਨੇ 620 ਵੈਕੈਂਸੀਜ਼ ਕੱਢੀਆਂ ਨੇ ਫॉर JEE ਇਲੈਕਟ੍ਰੀਕਲ ਵਾਲਿਆਂ ਲਈ। ਹੁਣ ਲਾਸਟ ਈਅਰ ਵੀ ਵੈਕੈਂਸੀਜ਼ ਆਈਆਂ ਸੀਗੀਆਂ ਜੂਨ ਵਿੱਚ ਫॉर JEE ਇਲੈਕਟ੍ਰੀਕਲ ਤੇ ਸਿਵਲ। ਤੇ ਹੁਣ ਆਪਾਂ ਤਿਆਰੀ ਕਿੱਦਾਂ ਕਰਨੀ ਹੁੰਦੀ ਹੈ? ਹਮੇਸ਼ਾ PYQs ਬਹੁਤ ਇੰਪੋਰਟੈਂਟ ਹੁੰਦੇ ਹੈ। ਪ੍ਰੀਵੀਅਸ ਈਅਰ ਐਨਾਲਿਸਿਸ ਕਰਨਾ, ਕਿਹੜੇ ਇੰਪੋਰਟੈਂਟ ਟੌਪਿਕਸ ਨੇ, ਕਿੱਥੋਂ ਕੁਐਸਚਨਸ ਪੁੱਛੇ ਜਾਂਦੇ ਹੈ, ਕਿਵੇਂ ਦੇ ਕੁਐਸਚਨਸ ਨੇ, ਕਿ ਆਪਾਂ ਸਹੀ ਤਿਆਰੀ ਕਰ ਰਹੇ ਆ ਨਹੀਂ ਕਰ ਰਹੇ ਆ। ਤੇ ਮੈਂ PYQ ਐਨਾਲਿਸਿਸ ਕਰਨ ਵਾਲੀ ਹਾਂ। ਰੀਸੈਂਟਲੀ PSTCL ਨੇ ਵੀ ਜਨਵਰੀ ਵਿੱਚ ਪੇਪਰ ਕੰਡਕਟ ਕੀਤਾ ਸੀਗਾ। ਹੁਣ ਜਦੋਂ PSTCL ਨੇ JEE ਤੇ EE ਦੋਨਾਂ ਲਈ ਪੇਪਰ ਲਿੱਤਾ ਸੀਗਾ ਤੇ ਉਹਦੇ ਬੇਸਿਸ ਤੇ ਵੀ ਅਗਰ ਮੈਂ ਦੇਖਾਂ ਤੁਹਾਨੂੰ ਇੰਗਲਿਸ਼ 10 ਨੰਬਰ ਦੀ ਆਉਣ ਵਾਲੀ ਹੈ। ਠੀਕ ਹੈ, ਹੁਣ 10 ਕੁਐਸਚਨਸ ਬਹੁਤ ਇੰਪੋਰਟੈਂਟ ਹੁੰਦੇ ਹੈ, ਬਹੁਤ ਵਧੀਆ ਵੇਟੇਜ ਹੈ ਇਹਦੀ। ਤੇ ਆਪਾਂ ਹਰ ਡੋਮੇਨ ਨੂੰ ਸਮਝਾਂਗੇ, ਹਰ ਕੁਐਸਚਨ ਦਾ ਮੈਂ ਤੁਹਾਨੂੰ ਐਨਾਲਿਸਿਸ ਕਰਵਾਉਂਗੀ ਕਿਵੇਂ ਦੇ ਕੁਐਸਚਨਸ ਹੈ ਤੇ ਤੁਸੀਂ ਉਦਾਂ ਹੀ ਪ੍ਰੈਕਟਿਸ ਕਰਨੀ ਹੈ, ਕਿਉਂਕਿ ਜਿੰਨੇ ਇੰਗਲਿਸ਼ ਦੇ ਕੁਐਸਚਨਸ ਥਿਊਰੀ ਇੰਪੋਰਟੈਂਟ ਹੈ ਉਨਾ ਹੀ ਪ੍ਰੈਕਟਿਸ ਕਰਨਾ ਵੀ ਇੰਪੋਰਟੈਂਟ ਆ ਜਾਂਦਾ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਪੇਪਰ ਦੇ ਸਾਰੇ ਐਨਾਲਿਸਿਸ ਹੋਣਗੇ PSPCL ਦੇ ਵੀ PSTCL ਦੇ ਵੀ, ਤਾਂ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਇਹਨਾਂ ਨੂੰ। ਤੇ ਨਾਲ ਹੀ ਨਾਲ ਤੁਹਾਨੂੰ ਕੋਈ ਪ੍ਰੋਬਲਮ ਆਵੇ, ਕੁਝ ਵੀ ਪੁੱਛਣਾ ਹੈ, ਤੁਸੀਂ ਕਮੈਂਟਸ ਵਿੱਚ ਡ੍ਰੌਪ ਵੀ ਕਰ ਦੇਣਾ। ਕਲਾਸਿਸ ਆਪਣੀ ਸ਼ੁਰੂ ਹੋ ਚੁੱਕੀਆਂ ਨੇ ਤਾਂ ਤੁਸੀਂ ਕਲਾਸਿਸ ਜੁਆਇਨ ਵੀ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਅੱਛੀ ਤਿਆਰੀ ਆਪਣਾ ਸਟਾਰਟ ਕਰ ਦਿਓ। ਸੋ ਆਲ ਦ ਬੈਸਟ ਐਂਡ ਯੈਸ, ਪਹਿਲਾ ਕੁਐਸਚਨ ਆਪਾਂ ਪ੍ਰਿਪੇਅਰ ਕਰਦੇ ਹਾਂ। ਪਹਿਲਾ ਕੁਐਸਚਨ ਹੀ ਤੁਹਾਡਾ ਆ ਜਾਂਦਾ ਹੈ ਜੰਬਲਡ ਸੈਂਟੈਂਸਸ ਦੇ ਬੇਸਿਸ ਤੇ। ਹੁਣ ਦੇਖੋ, ਜੋ ਜੰਬਲਡ ਸੈਂਟੈਂਸਸ ਤੁਹਾਨੂੰ ਆਉਂਦੇ ਆ ਨਾ, ਜੰਬਲ ਤੁਸੀਂ ਆ ਚੀਜ਼ ਚੈੱਕ ਕਰਨੀ ਹੈ ਕਿ ਜੋ ਵੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਆਈਡੀਆ ਲੱਭਣਾ ਹੁੰਦਾ ਹੈ। ਠੀਕ ਹੈ, ਫਿਰ ਤੁਹਾਨੂੰ ਨਾउन ਜਦੋਂ ਲੱਭ ਜਾਂਦਾ, ਫਿਰ ਤੁਹਾਡਾ ਵਰਬ ਆ ਜਾਂਦਾ, ਫਿਰ ਤੁਹਾਡਾ ਆਬਜੈਕਟ ਆ ਜਾਂਦਾ। ਮਤਲਬ ਸੈਂਟੈਂਸ ਸਟਰਕਚਰ ਹੀ ਬਣਾਉਣਾ ਹੁੰਦਾ ਹੈ। ਕੰਟੈਕਸਟ ਬੇਸਡ ਵੀ ਆ ਜਾਂਦਾ ਤੁਹਾਨੂੰ, ਤੇ ਤੁਹਾਨੂੰ ਗ੍ਰਾਮਰ ਦੇ ਬੇਸਿਸ ਤੇ ਵੀ ਤੁਹਾਨੂੰ ਕਰਨਾ ਆਉਣਾ ਚਾਹੀਦਾ ਹੈ। ਜਦੋਂ ਇੰਟਰੋਡਕਸ਼ਨ ਦਿੱਤੀ ਜਾਂਦੀ ਹੈ ਜੰਬਲ ਸੈਂਟੈਂਸਿਸ ਵਿੱਚ, ਦੋ ਤਿੰਨ ਤਰ੍ਹਾਂ ਦੇ ਜੰਬਲ ਸੈਂਟੈਂਸਿਸ ਪੁੱਛੇ ਗਏ ਹੈ। ਜਾਂ ਤਾਂ ਇੱਕੋ ਸੈਂਟੈਂਸ ਨੂੰ ਮਲਟੀਪਲ ਪਾਰਟਸ ਵਿੱਚ ਬ੍ਰੇਕ ਕਰਨ ਲਈ ਦਿੱਤਾ ਗਿਆ ਤੇ ਤੁਸੀਂ ਕੰਪਲੀਟ ਕਰ ਦਿਓ। ਠੀਕ ਹੈ, ਦੂਜਾ ਆ ਜਾਂਦਾ ਜਦੋਂ ਤੁਹਾਨੂੰ 4 ਸੈਂਟੈਂਸਿਸ ਦਿੱਤੇ ਹੋਏ ਨੇ, ਤੁਸੀਂ ਅਰੇਂਜ ਕਰਨਾ ਹੈ, ਪਹਿਲਾ ਕਿਹੜਾ ਆਏਗਾ, ਦੂਜਾ ਕਿਹੜਾ ਆਏਗਾ, ਤੀਜਾ ਕਿਹੜਾ ਆਏਗਾ, ਚੌਥਾ ਕਿਹੜਾ ਆਏਗਾ। ਜਾਂ ਤੀਜਾ ਪਾਰਟ ਹੁੰਦਾ ਜਦੋਂ ਪਹਿਲਾ ਤੇ ਲਾਸਟ ਤੁਹਾਡਾ ਫਿਕਸ ਕਰ ਦਿੰਦੇ ਨੇ ਕਿ ਪਹਿਲਾ ਐਵੇਂ ਹੀ ਸਟਾਰਟ ਹੈ, ਤੁਸੀਂ ਵਿਚਲੇ 4 ਨੂੰ ਅਰੇਂਜ ਕਰਨਾ ਹੈ। ਤਾਂ ਤੁਹਾਨੂੰ ਡਿਫਰੈਂਟ ਤਰ੍ਹਾਂ ਦੇ ਜੰਬਲ ਸੈਂਟੈਂਸਸ ਮਿਲਦੇ ਹੈ ਤੇ ਜੰਬਲ ਸੈਂਟੈਂਸਸ ਹਰ ਵਾਰ ਪੁੱਛੇ ਜਾਂਦੇ ਆ। ਤੇ ਜੰਬਲ ਸੈਂਟੈਂਸ ਦਾ ਇੱਕੋ ਹੀ ਤਰੀਕਾ ਹੈ ਪ੍ਰੈਕਟਿਸ ਕਰਨਾ ਤੇ ਬਸ ਕੰਸੈਪਟ ਨੂੰ ਸਮਝਣਾ ਕਿ ਪਹਿਲਾਂ ਨਾउन ਆਪਾਂ ਲੱਭਣਾ, ਆਈਡੀਆ ਲੱਭਣਾ, ਉਹਦੇ ਬੇਸਿਸ ਤੇ ਰਿਲੇਸ਼ਨ ਲੱਭਣਾ ਜਿਹਦੇ ਤੇ ਉਹ ਚੀਜ਼ ਰਿਪੀਟ ਕੀਤੀ ਜਾਂਦੀ ਹੈ। ਹੁਣ ਤੁਸੀਂ ਪੜ੍ਹੋ ਇਹਦੇ ਵਿੱਚ S1 मतलब आप फिक्स्ड है। ठीक है, S6 मतलब आप फिक्स्ड है। पहला ते लास्ट थोड़ा फिक्स दिता हुआ है। पहले से कह रहे हैं इन ऑर्डर टू टॉक अबाउट द नेचर ऑफ यूनिवर्स and to discuss questions such as whether it has beginning or an end you have to be clear about what the scientific theory is। ठीक है, ਹੁਣ ਤੁਹਾਨੂੰ ਕਹਿ ਰਹੇ ਹੈ ਕਿ ਤੁਹਾਨੂੰ ਇਸ ਚੀਜ਼ ਬਾਰੇ ਸਮਝਣਾ ਹੈ। ਬੇਸਿਕਲੀ ਆਈਡੀਆ ਕਿਹਦੇ ਬਾਰੇ ਆ ਗਿਆ? ਨੇਚਰ ਆਫ ਯੂਨੀਵਰਸ ਨੂੰ ਸਮਝਣਾ ਆਪਾਂ। ਤੇ ਅਗਰ ਆਪਾਂ ਇਸ ਚੀਜ਼ ਬਾਰੇ ਡਿਸਕਸ ਕਰਨਾ ਚਾਹੁੰਦੇ ਆ ਤੇ ਆਪਾਂ ਨੂੰ ਇਹਦੀ ਬਿਗਨਿੰਗ ਜਾਂ ਐਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ ਆਪਣੇ ਕੋਲ ਲਾਸਟ ਕੀ ਆ ਜਾਂਦਾ? ਲਾਸਟ ਐਗਜ਼ਾਮਪਲ ਦਿੱਤਾ ਗਿਆ ਐਰਿਸਟੋਟਲ ਦੀ ਥਿਊਰੀ ਦਾ, that everything was made out of 4 elements earth, air, fire and water was simple enough to qualify but it did not make any definite predictions। मतलब ਸਟਾਰਟਿੰਗ ਹੋ ਰਹੀ ਹੈ ਇੱਕ ਥਿਊਰੀ ਬਾਰੇ ਆਪਾਂ ਗੱਲ ਕਰਨ ਵਾਲੇ ਆ ਤੇ ਐਂਡ ਆਪਾਂ ਕਿੱਥੇ ਕੀਤਾ ਹੈ? ਇਹਨਾਂ ਦਾ ਐਗਜ਼ਾਮਪਲਸ ਤੇ। ਠੀਕ ਹੈ, ਹੁਣ ਆਪਾਂ ਦੇਖਣਾ ਹੈ ਕਿੱਥੇ ਵਿੱਚ ਨੇਚਰ ਆਫ ਯੂਨੀਵਰਸ ਰਿਪੀਟ ਕੀਤਾ ਜਾ ਰਿਹਾ ਹੈ, ਕਿਹਦੇ ਵਿੱਚ ਇਸ ਥਿਊਰੀ ਬਾਰੇ ਦੁਬਾਰਾ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਹੁਣ ਪਹਿਲਾਂ ਆਪਾਂ ਦੇਖਦੇ ਹਾਂ it must describe a large class of observation on the basis of model that consists only of few arbitrary elements, and secondly it must make definite predictions about the result of future observations। ਹੁਣ it ਕਿਹਦੇ ਲਈ ਆ ਰਿਹਾ ਹੈ? ਕੋਈ ਸਪੈਸੀਫਿਕ ਨਹੀਂ ਹੈ। ਜਦ ਮੈਨੂੰ ਪਹਿਲਾਂ ਸਪੈਸੀਫਿਕ ਹੀ ਨਹੀਂ ਮਿਲ ਰਿਹਾ ਕਿਹਦੇ ਬਾਰੇ ਗੱਲ ਕਰ ਰਹੀ ਹੈ ਤਾਂ ਮੈਂ ਬਿਲਕੁਲ ਐਂਡ ਤੇ ਸਟਾਰਟਿੰਗ 'ਚ ਨਹੀਂ ਲਗਾ ਸਕਦੀ। ਠੀਕ ਹੈ, it exists only in our minds and does not have any other reality। ਸਿਰਫ ਆਪਣੇ ਮਾਈਂਡ 'ਚ ਐਗਜ਼ਿਸਟ ਕਰਦਾ, ਇਹਦੀ ਰਿਐਲਿਟੀ ਨਹੀਂ ਹੁੰਦੀ ਹੈ। अच्छा, आ भी इट वाला आ गया। I shall take the simple-minded view that a theory is just a model of universe। ਹੁਣ ਦੇਖੋ ਇਹਦੇ 'ਚ ਵੀ ਯੂਨੀਵਰਸ ਦੀ ਗੱਲ ਹੋਈ ਹੈ, ਇਹਦੇ ਵਿੱਚ ਵੀ ਯੂਨੀਵਰਸ ਦੀ ਗੱਲ ਹੋਈ ਹੈ, ਇਹਦੇ ਵਿੱਚ ਵੀ ਥਿਊਰੀ ਗੱਲ ਹੋ ਰਹੀ ਹੈ, ਇਹਦੇ 'ਚ ਵੀ ਥਿਊਰੀ ਗੱਲ ਹੋ ਰਹੀ ਹੈ। ਆ ਥੋੜਾ ਬਹੁਤਾ ਮਿਲ ਰਿਹਾ ਔਰ a restricted part of it and set of rules that relate quantities in the model to observations that we make। ਹੁਣ ਆ ਜਾਂਦਾ ਕਿ ਜੇ ਆਪਾਂ ਗੱਲ ਕਰਨੀ ਹੈ ਸਾਇੰਟਿਫਿਕ ਥਿਊਰੀ ਦੀ, ਇਹਦੇ ਵਿੱਚ ਵੀ ਉਹੀ ਗੱਲ ਹੋ ਰਹੀ ਹੈ। ਤਾਂ ਮਤਲਬ ਆਰ ਜਿਹੜਾ ਆ ਜਾਂਦਾ ਨਾ, ਆ ਥੋੜਾ ਜਿਹਾ ਹਿੰਟ ਕਰ ਰਿਹਾ ਸਟਾਰਟਿੰਗ ਵਾਸਤੇ। ਠੀਕ ਹੈ, ਉਸ ਤੋਂ ਬਾਅਦ ਆ ਰਿਹਾ ਥਿਊਰੀ ਇਜ਼ ਅ ਗੁੱਡ ਥਿਊਰੀ ਇਫ ਇਟ ਸੈਟਿਸਫਾਈਜ਼ 2 ਰਿਕੁਆਇਰਮੈਂਟਸ। ਆ ਤਾਂ ਉਦੋਂ ਆ ਜਾਂਦਾ ਕਿ ਥਿਊਰੀ ਕਿਹੜੀ ਗੁੱਡ ਥਿਊਰੀ ਹੁੰਦੀ ਹੈ। ਮਤਲਬ ਆਪਣਾ ਸਟਾਰਟ ਕਿੱਥੋਂ ਹੋਏਗਾ? ਆਰ ਤੋਂ ਸਟਾਰਟ ਹੋਏਗਾ। ਹੁਣ ਤੁਸੀਂ ਪਹਿਲਾਂ ਦੇਖ ਲਓ, ਆਰ ਤੋਂ ਬਸ ਇੱਕ ਹੀ ਸਟਾਰਟ ਹੈ
ਤੁਹਾਡੇ ਲਈ ਸਭ ਤੋਂ ਵਧੀਆ ਬੈਨੀਫਿਟ ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਤੁਸੀਂ ਕੁਐਸਚਨ ਕਰਦੇ ਹੋ ਨਾ, ਜਿਹੜੇ ਤੁਹਾਡੇ ਕੋਲ ਆਪਸ਼ਨਸ ਆਉਂਦੇ ਹੈ ਮੋਸਟ ਪ੍ਰੋਬੇਬਲੀ ਆਪਸ਼ਨਸ ਇਹ ਸਟਾਰਟਿੰਗ ਤੋਂ ਹੀ ਲੱਭ ਜਾਂਦਾ ਹੈ, ਪਰ ਫਿਰ ਵੀ ਆਪਾਂ ਰੀਚੈਕ ਕਰਦੇ ਹਾਂ। ਆਹ ਆਪਾਂ ਕਿਉਂ ਕੀਤਾ, ਹੁਣ ਸਾਰਿਆਂ ਨੂੰ ਆਈਡੀਆ ਹੋਣਾ ਚਾਹੀਦਾ। ਇਹਦੇ ਵਿੱਚ ਵੀ ਉਹੀ ਯੂਨੀਵਰਸਿਟੀ ਨੇਚਰ ਦੀ ਰਿਪੀਟੇਸ਼ਨ ਹੋ ਰਹੀ ਸੀ, ਇਹਦੇ ਵਿੱਚ ਵੀ ਹੋ ਰਹੀ ਹੈ। ਇਟ ਕਿਹਨੂੰ ਦੱਸ ਰਹੇ ਆਪਾਂ, ਇਟ 'ਚ ਆਪਾਂ ਨੂੰ ਨਹੀਂ ਪਤਾ ਹਾਲੇ, ਤਾਂ ਆਪਾਂ ਇਟ ਵਾਲਾ ਸਟਾਰਟ ਨਹੀਂ ਕਰਾਂਗੇ, ਠੀਕ ਹੈ। ਇਸ ਤੋਂ ਬਾਅਦ ਤੁਹਾਡਾ ਆ ਰਿਹਾ ਆਰ ਆ ਰਿਹਾ। ਹੁਣ ਇਸ ਤੋਂ ਬਾਅਦ ਕੀ ਆਉਣਾ ਚਾਹੀਦਾ ਕਿ ਰੂਲਸ ਆ ਜਾਂਦਾ, ਆਬਜ਼ਰਵੇਸ਼ਨਸ ਦੈਟ ਵੀ ਮੇਕ। ਉਸ ਤੋਂ ਬਾਅਦ ਆ ਗਿਆ ਤੁਹਾਡਾ accurately description है, description पहला आएगी, पहला आएगा। It exists only in the minds and does not have any other reality. It must accurately describe a large class of observations on the basis of model that consists only of few arbitrary elements. तो फिर आ गया theory is a good theory if it satisfies, ठीक है। बस उस तो बाद ठीक है, पहला आ जाता है माइंड विच, फिर आ गया ਇਹਦਾ, फिर एक्सप्लेन कर दिया, फिर ਇਹਦਾ एग्जाम्पल आ गया, क्योंकि एग्जाम्पल पहला आएगा कि पहला थ्योरी दी डिस्क्रिप्शन आएगी, पहला डिस्क्रिप्शन आएगी ना, डिस्क्रिप्शन तो बाद एग्जाम्पल, मतलब अपना लास्ट ते आ दोनों तो मिल गए, टी ते टी एंड होएगा, आर स्टार्ट होएगा, बस एवें आपां देखना है, ठीक है। क्योंकि एग्जाम्पल तो पहला डिस्क्रिप्शन आती है हमेशा, आप एवें करते हैं, आप नाउन की गल करिए, आप डिफाइन करांगे, नाल ही आप एग्जाम्पल देवांगे, आप आ नहीं करांगे विच आप होर गल्लां कर रहे हैं तो बाद आप एग्जाम्पल दे रहे हैं। थोड़ा जिहा ट्रिकी सीगा जो फर्स्ट टाइम जंबल कर रहे हो, बट अदरवाइज ईजी है, तुहानूं सिर्फ पार्ट डिटेक्ट करने आ गए तो तुहाडा बेस्ट सीगा कि तुहाडा स्टार्टिंग तो ही तुहानूं पता चल रहा है, ठीक है। सैकेंड आ जांदा तुहाडे कोल substitute the underlined word segment in the sentence given below, the most appropriate idiom। अच्छा, हुन the manager was very angry and lost his temper when the report was delayed। हुन आ गया थोड़ा वन वर्ड सब्सटीट्यूशन वाला, जदों कोई बंदा अपना टेंपर लूज कर दिंदा है, की कहंदे ओनू वेंट द एक्स्ट्रा माइल, कहंदे जदों आपां बहुत ज़्यादा एफर्ट करदे है किसी चीज़ लई, कि उन्हें एक्स्ट्रा माइल चला गया मेरे वास्ते आ चीज़ करन लई। दूजा आ जांदा कॉल्ड इट अ डे, जो तुसी काम खत्म कर दो, तुसी कहंदे हो लेट्स कॉल इट अ डे, मतलब काम नू खत्म करना होवे तो तुसी कहंदे हो कॉल इट अ डे, ठीक है। ब्रोक न्यू ग्राउंड ते ब्लू हिज टॉप, देखो ब्रोक न्यू ग्राउंड तो बिल्कुल भी नहीं आएगा, ਇਹਦੇ ਵਿੱਚ आ जाएगा ਤੁਹਾਡਾ ब्लू हिज टॉप, ਜਿਹਦਾ मतलब ਕੀ ਹੁੰਦਾ ਹੈ, ਤੁਸੀਂ ਬੜੀ ਛੇਤੀ ਗੁੱਸਾ ਆ ਜਾਂਦਾ ਹੈ ਤੁਹਾਨੂੰ, ਤੁਸੀਂ ਅੱਗ ਬਬੂਲਾ ਹੋ ਜਾਂਦੇ ਹੋ, ਐਂਗਰ ਆ ਜਾਂਦੀ ਹੈ ਤੁਹਾਨੂੰ, that is called as blue his top। ब्लो हिज टॉप ਹੁੰਦਾ ਹੈ, ब्लो हिज ਟੈਂਪਰੇਚਰ ਹੁੰਦਾ ਹੈ, ਤਾਂ ਆ ਜਾਏਗਾ ਇਹਦੇ ਵਿੱਚ ब्लू हिज टॉप आ जाएगा। जो भी ਉਹਦਾ ਸਭ ਤੋਂ ਉੱਤੇ ਵਾਲਾ ਲੈਵਲ ਸੀਗਾ ਗੁੱਸੇ ਦਾ, ਉਹਨੂੰ ब्लू करना मतलब ਉਹਨੂੰ ਅੱਗ ਦੇਣਾ, ठीक है। तो ਤੁਹਾਨੂੰ ਕੀ ਆ ਗਿਆ, ਉਹ ਬੰਦੇ ਨੇ ਟੈਂਪਰ ਲੂਜ਼ ਕੀਤਾ ਹੈ ਤਾਂ ਕੀ ਆ ਗਿਆ ਤੁਹਾਡੇ ਕੋਲ ब्लो हिज टॉप। ਜਦੋਂ ਵੀ ਤੁਸੀਂ ਕੋਈ ਵੀ वन वर्ड सब्सटीट्यूशन करनी है, एक चीज़ याद रखना, सब्सटीट्यूशनस ਆਪਾਂ एक एक चीज़ पढ़नी है, लेकिन कोई भी नाल दे ऑप्शनस भी आ ਜਾਂਦੇ ਆਪਾਂ ਨੂੰ, ਉਹ ਵੀ ਰਿਵਾਈਜ਼ ਕਰਨੇ ਆ, ਆ नहीं है कि ਆਪਾਂ सिर्फ ਉਹਨਾਂ पढ़िया, क्योंकि कल ਨੂੰ ਉਹਦੇ ਵਿੱਚ भी आ सकता है, ठीक है। तो ਤੁਹਾਨੂੰ ਚਾਰਾਂ ਦੇ मतलब क्लीयर होने चाहिए। एक्स्ट्रा एफर्ट करना, ब्रोक न्यू ग्राउंड ਹੁੰਦਾ है मतलब ਤੁਸੀਂ कोई चीज़ इनोवेटिव कर रहे हो, जो ਤੁਸੀਂ एक नवी चीज़ कर रहे हो जो ਤੁਸੀਂ नहीं की है, ब्रोक न्यू ग्राउंड कहते हैं ਤੁਸੀਂ ਉਹਨੂੰ। कॉल्ड अ डे, काम ਨੂੰ खत्म करना, ब्लू हिज टॉप मतलब बहुत ज़्यादा गुस्सा होना, दैट इज ब्लू हिज टॉप। आई होप ਤੁਹਾਨੂੰ सैकेंड भी क्लीयर हो गया। थर्ड आ जाता ਤੁਹਾਡੇ ਕੋਲ सिलेक्ट द मोस्ट एप्रोप्रिएट सिनोनिम ऑफ द अंडरलाइन वर्ड इन द गिवन सेंटेंस, ठीक है। ਇਹਦੇ ਵਿੱਚ एंथ्रॉल्ड ਤੁਹਾਡਾ मतलब है, खुद भी सोचो नाल नाल रिवाइज करो, पर मीनिंग ਤੁਹਾਨੂੰ हर एक का क्लीयर होना चाहिए। थर्ड आ गया अपने कोल कि अगर मैं कहनी हाँ दे वर एंथ्रॉल्ड बाय द परफॉर्मेंस, देखो अपने को ऑप्शंस है एम्बलिश। एम्बलिश का मतलब होता है जो मैं किसी चीज़ नू डेकोरेट कर देनी है ना, किसी चीज़ नू सजाना। एम्बैलिश करना की होता है, किसी चीज़ नू डेकोरेट करना। कैप्टिवेट करना आपां नू पता है, कैप्टिवेट की होंदा है जो मैं किसी दी अटेंशन या फिर किसी दे इंटेंट मतलब अपने वालों कर रही हाँ, कैप्टिवेट कर रही हाँ, है ना। तो कैप्टिवेट करना होंदा है किसी नू अपने ਤੁਸੀਂ ਕਹਿੰਦੇ ਹੋ ਕਿ ਤੁਸੀਂ ਉਹਨੂੰ ਆਪਣੇ ਕੰਟਰੋਲ 'ਚ ਲੈ ਕੇ ਆਏ ਹੋ, ਕੈਪਟੀਵੇਟ ਕਰ ਲਿਆ ਤੁਸੀਂ ਉਹਨੂੰ, ਠੀਕ ਹੈ। ਤਾਂ ਆ ਚੀਜ਼ ਆ ਜਾਏਗੀ, ਕੈਪਟੀਵੇਟਡ ਆ ਗਿਆ ਇਹਦੇ ਵਿੱਚ। ਦੇ ਵਰ ਐਂਥਰੋਲਡ ਬਾय ਦ ਪਰਫਾਰਮੈਂਸ, ਤੁਸੀਂ ਬਹੁਤ ਜ਼ਿਆਦਾ ਅਟਰੈਕਟ ਹੋ ਜਾਂਦੇ ਹੋ, ਤੁਹਾਡੀ ਅਟੈਂਸ਼ਨ ਹੋਲਡ ਹੋ ਜਾਂਦੀ ਹੈ, ਸੋ ਯੂ ਗੈਟ ਅਟਰੈਕਟਡ। ਔਰ ਤੁਸੀਂ ਕੋਈ मूवी का सीन देख रहे हो, ਤੁਸੀਂ ਬਹੁਤ ਜ਼ਿਆਦਾ ਉਹਦੇ 'ਚ ਚੱਲ ਜਾਂਦੇ ਹੋ, ਚਾਹੇ ਕੋਈ मूवी ਸਸਪੈਂਸ ਥ੍ਰਿਲਰ ਆ ਜਾਂਦਾ ਹੈ, ਤੁਸੀਂ ਦੇਖਦੇ ਹੋ ਯਾਰ ਮਰਡਰ ਕਿੰਨੇ ਕੀਤਾ ਸੀਗਾ, ਤਾਂ ਤੁਸੀਂ ਉਹਦੇ ਵਿੱਚ ਕੀ ਹੋ ਰਹੇ ਹੋ, ਕੈਪਟੀਵੇਟ ਹੋ ਰਹੇ ਹੋ, ਕਿਉਂਕਿ ਤੁਸੀਂ ਅਟਰੈਕਟ ਹੋ ਰਹੇ ਹੋ, ਤੁਹਾਡੀ ਅਟੈਂਸ਼ਨ ਤੁਹਾਡੀ ਫੁੱਲ ਉਹਦੇ ਵਿੱਚ ਚਲੀ ਗਈ ਹੈ, ਦੈਟ ਇਜ਼ ਆਲਸੋ ਕਾਲਡ ਐਜ਼ ਕੈਪਟੀਵੇਟਡ। ਪਲੰਡਰਡ ਕੀ ਆ ਜਾਂਦਾ ਤੁਹਾਡਾ, ਜਦੋਂ ਤੁਸੀਂ ਕਹਿੰਦੇ ਹੋ ਟੂ ਸਟੀਲ ਗੁੱਡ ਫਰੋਮ ਅ ਪਲੇਸ, मतलब ਤੁਸੀਂ ਕੋਈ ਚੀਜ਼ ਨੂੰ खिच रहे हो, गुड्स लै रहे हो किसी चीज़ नाल, लेकिन फोर्स नाल लै रहे हो, दैट इज कॉल्ड एज तुहाडा प्लंडर आ जाता है। तो रिवोक की आ जाता है जो तुसी चीज़ नू किसी ऑफिशियली चीज़ नू कैंसल कर लेंदे हो, या तुसी रिवोक करता डिसीजन, मतलब मैं
टेक बैक करता है कोई डिसीजन ਨੂੰ ਉਹਨੂੰ ਮੈਂ ਕੀ ਕਰ ਦਾਂਗੀ ਰਿਵੋਕ ਕਰਤਾ ਮੈਂ ਕੋਈ ਚੀਜ਼ ਪਾਸ ਕੀਤੀ ਉਸ ਤੋਂ ਬਾਅਦ ਮੈਂ ਉਹਨੂੰ ਰਿਵੋਕ ਕਰਤਾ ਕੈਨਸਲ ਕਰਤਾ ਨਹੀਂ ਕਰਨੀ ਹੈ ਚੀਜ਼ ਉਹਨੂੰ ਆਪਾਂ ਰਿਵੋਕ ਕਹਿ ਦਿੰਦੇ ਆ ਠੀਕ ਹੈ ਪਲੰਡਰ ਵੀ ਸਮਝ ਆ ਗਿਆ ਨਾ ਖਿੱਚਣਾ ਕਹਿੰਦੇ ਨੂੰ ਕੋਈ ਫੋਰਸ ਨਾਲ ਕੋਈ ਚੀਜ਼ ਨੂੰ ਲੈਣਾ ਪਲੰਡਰ ਕਰਨਾ ਹੁੰਦਾ ਕੈਪਟੀਵੇਟ ਮੂਵ ਕਰ ਲੈਣਾ ਅਟਰੈਕਟ ਹੋਣਾ ਕਿਸੇ ਚੀਜ਼ ਵੱਲ ਇੰਬੈਲਿਸ਼ ਹੋ ਜਾਂਦਾ ਕਿਸੇ ਚੀਜ਼ ਨੂੰ ਡੈਕੋਰੇਟ ਕਰਨਾ ਤੁਸੀਂ ਕਿਸੇ ਦੀ ਪਰਫਾਰਮੈਂਸ ਵੱਲ ਕੀ ਹੋਗੇ ਕੈਪਟੀਵੇਟ ਹੋ ਜਾਓਗੇ ਤੁਸੀਂ ਡੈਕੋਰੇਟ ਨਹੀਂ ਕਰੋਗੇ ਤੁਸੀਂ ਫੋਰਸ ਨਹੀਂ ਲਗਾਓਗੇ ਤੁਸੀਂ ਕੋਈ ਡਿਸੀਜਨ ਨੂੰ ਲੈ ਨਹੀਂ ਰਹੇ ਹੋ ਤਾਂ ਆਨਸਰ ਕੀ ਬਣਿਆ ਆਪਣੇ ਕੋਲ कैप्टिवेटेड ठीक है अगला आ जाता है तुहाडे कोल वन वर्ड सब्सटीट्यूशन ही है अपने कोल द मीटिंग प्रोड्यूस नो कंक्रीट और पॉजिटिव रिजल्ट्स मतलब कोई भी रिजल्ट नहीं मिल रहा है जो मैं कहनी है फेल्ट लाइक अ मिलियन बहुत ज़्यादा खुश हाँ हेल्दी फील कर रही हाँ वंडरफुल फील कर रही हाँ है ना मतलब पर्सन की फिजिकल तो इमोशनल स्टेट बहुत अच्छी है किसी भी चीज़ तो दैट इज कॉल्ड एज फेल्ट लाइक अ मिलियन बट खुशी वाला टाइम आ गया तो इट इज़ लाइक आई फेल्ट लाइक अ मिलियन जो मेरे वास्ते कोई सरप्राइज पार्टी थ्रो की गई राइट इदा कुछ भी आ गया या कोई भी चीज़ है तुसी अपने फिजिकली मैंटली बहुत स्ट्रोंग फील करते हो कभी उन्होंने कहते आप फेल्ट लाइक अ मिलियन आ जाता है अगला आ जाता है फ्लटर्ड द डॉफकॉट्स ਉਹਦਾ ਮਤਲਬ ਕੀ ਹੋ ਜਾਂਦਾ ਹੈ ਜਦੋਂ ਤੁਸੀਂ ਕੋਈ ਐਕਸਾਈਟਮੈਂਟ ਅਲਾਰਮ ਮਤਲਬ ਤੁਸੀਂ ਕੋਈ ਕੁਆਇਟ ਜਾਂ ਕੋਈ ਗਰੁੱਪ ਹੈ ਤੁਹਾਡਾ ਉਹਦੇ ਵਿੱਚ ਤੁਸੀਂ ਕੋਈ ਡਿਸਟਰਬੈਂਸ ਠੀਕ ਹੈ नॉट अ लैक ऑफ रिजल्ट्स आ जाता मतलब कोई आप एवं दी चीज़ें बहुत शांति नाल सब चीज़ां चल रही ने एकदम कोई शॉकिंग इफैक्ट हो जाए कोई सरप्राइजिंग इफैक्ट हो जाए उन्होंने आप कहने फ्लटर द डॉफकॉट्स ठीक है फ्लटर मतलब एकदम अचानक वो चीज़ होगी दैट इज कॉल्ड एज फ्लटर द डॉफकॉट्स अगला आ जाता है एच्ड इन स्टोन एच्ड इन स्टोन मतलब की हो जाता है कोई चीज़ है मैं किसी च लिखवा दी है स्टोन ते मतलब आप इच कराता है वो चीज़ बदल नहीं सकती है उदा दी उदा ही रहेगी तो एंडेड इन स्मोक मतलब आएगा जिदा कोई भी रिजल्ट नहीं है नो रिजल्ट नो यील्ड ਉਹਨੂੰ ਆਪਾਂ ਕਹਿੰਦੇ ਹਾਂ ਇਟ ਐਂਡਡ ਇਨ ਸਮੋਕ ਦੈਟ ਇਜ਼ देयर वाज नो रिजल्ट ऑफ दैट पर्टिकुलर थिंग इट एंडड इन ਸਮੋਕ ठीक है ਹੁਣ ਇਹਦੇ ਵਿੱਚ ਦੇਖੋ ਜਦੋਂ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਮੀਟਿੰਗ ਦਾ ਤਾਂ ਮੈਂ ਆਹੀ ਕਹੂੰਗੀ ਨਾ ਉਹ ਸਮੋਕ 'ਚ ਚਲੀ ਗਈ ਹੈ ਨਾ ਹਵਾ 'ਚ ਹੀ ਚਲੀ ਗਈ ਉਹ ਮੀਟਿੰਗ ਦਾ ਤਾਂ ਇਟ ਐਂਡਡ ਇਨ ਅ ਸਮੋਕ ਆ ਜਾਏਗਾ ਤੁਹਾਡਾ 4 ਦਾ ਆਨਸਰ ਕੀ ਆ ਗਿਆ डी ऑप्शन आ गया पर बाकी भी रिवाइज करने हैं फेल्ट लाइक अ मिलियन बहुत खुश होना थोड़ी फिजिकल ते मेंटल स्टेट बहुत स्ट्रॉन्ग है फ्लटर द डॉफकॉट्स बहुत शांति नाल चल रहा है कोई एक्साइटमेंट कोई स्टिर कॉज हो जाना कोई डिस्टर्बेंस जी आ जानी एकदम उन्होंने फ्लटर द डॉफकॉट्स कह देंगे इच द स्टोन परमानेंट इंप्रैशन ते एंडेड इन स्मोक जो चीज़ की हो रही है स्मोक च एंड हो रही है धुआं धुआं हो गया मतलब कोई भी रिजल्ट नहीं निकलिया अगला आ जा रहा है तुहाडे कोल फिफ्थ क्वेश्चन है ਇਹਦੇ ਵਿੱਚ ਤੁਸੀਂ fill in the blank ਕਰਨਾ ਹੈ during the seminar professor Arvind insisted that every student must take the responsibility dash maintaining academic integrity in their research paper ठीक है ਹੁਣ ਦੇਖੋ ਆ ਚੀਜ਼ਾਂ ਜਿਹੜਾ on for with ਆ ਸਾਰੀ ਆ ਜਾਂਦੀਆਂ ਨਾ ਆ ਤੁਹਾਡੀ ਕੀ ਆ ਗਈਆਂ ਨੇ prepositions ਤੇ ਮੈਂ ਹਮੇਸ਼ਾ ਕਹਿੰਨੀ ਆ ਕਿ fill in the blanks ਵਿੱਚ prepositions ਪੁੱਛੇ ਹੀ ਜਾਂਦੇ ਹੈ ਜਾਂ ਫਿਰ phrasal verbs ਪੁੱਛੇ ਹੀ ਜਾਂਦੇ ਹੈ ਮਸਟ ਆ ਜਾਂਦੇ ਆ ਤੁਹਾਡੇ ਵਿੱਚ ਤਾਂ ਜਿਹੜਾ ਨਾउन ਰਿਸਪੌਂਸਿਬਲ ਐਂਡ ਮੋਸਟ ਕਾਮਨਲੀ ਯੂਜ਼ ਕਰਦੇ ਆ ਆਪਾਂ ਫॉर ਯੂਜ਼ ਕਰਦੇ ਆ ਰਿਸਪੌਂਸਿਬਿਲਟੀ ਆਫ ਆ ਜਾਂਦਾ ਦਿਸ ਇਜ਼ ਅ ਰਿਸਪੌਂਸਿਬਿਲਟੀ ਆਫ ਅ ਸਟੂਡੈਂਟ ਪੋਜੈਸ਼ਨ ਆ ਗਿਆ ਲੇਕਿਨ ਸੈਮੀਨਾਰ ਦੇ ਰਿਗਾਰਡਿੰਗ ਪ੍ਰੋਫੈਸਰ ਅਰਵਿੰਦ ਨੇ ਇਨਸਿਸਟ ਕੀਤਾ ਕਿ ਹਰ ਬੱਚੇ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ फॉर मेंटेनिंग academic integrity in their research paper तो responsibility for that particular thing यदि responsibility लो responsibility of ਹੁੰਦਾ ਹੈ ਤੁਹਾਡਾ possession ਹੁੰਦਾ ਹੈ ਇਹਨਾਂ ਨੂੰ ਹੀ ਤੁਸੀਂ ਕਹਿੰਦੇ ਹੋ phrases ਹੁੰਦੇ ਆ ਤੁਹਾਨੂੰ phrases ਥੋੜੇ ਜਿਹਾ ਯਾਦ ਕਰਨਾ ਪੈਂਦੇ ਆ ਠੀਕ ਹੈ ਬਟ ਤੁਸੀਂ ਸਮਝ ਲਓ ਜਦੋਂ ਵੀ ਤੁਸੀਂ ਕਿਸੇ ਚੀਜ਼ ਦੀ ਜ਼ਿੰਮੇਵਾਰੀ ਲੈ ਰਹੇ ਹੋ ਤਾਂ responsibility for ਆਏਗਾ ਕਿ responsibility of ਆਏਗਾ ਇਹਦੇ ਵਿੱਚ ਤੁਹਾਡਾ responsibility for ਆਏਗਾ ਇਹਦੇ ਵਿੱਚ ਗਲਤ ਲਿਖਿਆ ਹੋਇਆ ਹੈ of ਤੁਹਾਡਾ ਸਿਰਫ possession ਲਈ ਹੁੰਦਾ ਹੈ ਠੀਕ ਹੈ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ it is responsibility of the student to come on time ਤੁਹਾਡੀ ਰਿਸਪੌਂਸਿਬਿਲਟੀ ਹੈ ਤੁਸੀਂ ਟਾਈਮ ਤੇ ਆਓ ਠੀਕ ਹੈ ਆ ਤੁਹਾਡੀ ਰਿਸਪੌਂਸਿਬਿਲਟੀ ਹੈ ਇਟ ਇਜ਼ ਯੋਰ ਰਿਸਪੌਂਸਿਬਿਲਟੀ ਜਾਂ ਫਿਰ ਇਟ ਇਜ਼ ਰਿਸਪੌਂਸਿਬਿਲਟੀ ਆਫ ਦ ਸਟੂਡੈਂਟ ਟੂ ਸਟੱਡੀ ਹਾਰਡ ਆ ਤੁਹਾਡਾ ਪੋਜੈਸ਼ਨ ਮੇਰੀ ਆ ਗਈ ਲੇਕਿਨ ਮੈਂ ਤੁਹਾਨੂੰ ਕੋਈ ਜ਼ਿੰਮੇਵਾਰੀ ਦੇ ਰਹੀ ਹਾਂ ਤਾਂ ਰਿਸਪੌਂਸਿਬਿਲਟੀ ਫॉर ਦੇ ਰਹੀ ਹਾਂ ਕਿਸੇ ਚੀਜ਼ ਲਈ ਆ ਚੀਜ਼ ਨੂੰ ਕੋਇਨਸਾਈਡ ਕਰਨਾ ਅਗਲਾ ਆ ਰਿਹਾ ਤੁਹਾਡੇ ਕੋਲ कई जगह ਤੇ ਤੁਹਾਨੂੰ ਗਲਤ ਮਾਰਕਸ ਵੀ ਹੁੰਦੇ ਆ ਕੁਝ ਨਾ ਕੁਝ ਟਾਈਪਿੰਗ ਐਰਰ ਹੋ ਸਕਦੇ ਹੈ ਤੁਸੀਂ ਉਹ ਚੀਜ਼ ਨੂੰ ਚੈੱਕ ਕਰ ਲਿਆ ਕਰੋ ਜਾਂ ਮੇਰੇ ਤੋਂ ਪੁੱਛ ਲਿਆ ਕਰੋ ਕਮੈਂਟਸ ਚ ਪਾ ਦਿਆ ਕਰੋ ਬਟ ਤੁਹਾਨੂੰ ਮੈਂ ਮੋਸਟਲੀ ਰਿਵਾਈਜ਼ ਕਰਦੇ ਆ ਕਿ ਜਦੋਂ ਕਨਸੈਪਟ ਪੜ੍ਹਾ ਰਿਹਾ ਕਨਸੈਪਟ ਚ ਨਾ ਬਹੁਤ ਜਗ੍ਹਾ ਤੇ ਥੋੜਾ ਟ੍ਰਿਕੀ ਵੀ ਹੋ ਜਾਣਾ ਕੋਈ ਵੀ ਸੈਂਟੈਂਸ ਦਾ ਥੋੜਾ ਜਿਹਾ ਵੀ ਬਦਲ ਜਾਂਦਾ ਹੈ ਆਨਸਰ ਚੇਂਜ ਹੋ ਜਾਂਦਾ ਹੈ ਤਾਂ ਤੁਸੀਂ ਉਹਨੂੰ ਬਹੁਤ ਧਿਆਨ ਨਾਲ ਕਰਨਾ ਹੈ ਅਗਲਾ ਆ ਜਾਂਦਾ ਹੈ ਦ ਸੈਂਟੈਂਸ ਗਿਵਨ ਬਿਲੋ contains a wrong adjective that has been underlined choose the option that provides a correct adjective so the sentence becomes logical and the grammar is also accurate ठीक है ਹੁਣ ਕੀ ਆ ਰਿਹਾ ਇਹਦੇ ਵਿੱਚ ਮਿਸਟਰ ਕਪੂਰ is admired as an hostile reader ਦੇਖੋ ਇਹਦੇ ਵਿੱਚ ਆ ਜਾਂਦਾ ਹੈ hostile ਤਾਂ ਬਈ ਤੁਹਾਡੀ ਨੈਗੇਟਿਵ ਟਰਮ ਆ ਜਾਏਗੀ ਨਾ as he is known for his supportive guidance and
ਕਾਈਂਡ ਟ੍ਰੀਟਮੈਂਟ ਆਫ ਹਿਸ ਟੀਮ। ਦੇਖੋ ਤੁਸੀਂ ਹੌਸਟਾਈਲ ਹੁੰਦੇ ਹੋ, ਹੌਸਟਾਈਲ ਹੋ ਜਾਂਦਾ ਹੈ ਜੇ ਪਿੱਛੇ ਸਪੋਰਟਿਵ ਨਾ ਆਂਦਾ, ਠੀਕ ਹੈ, ਤੁਸੀਂ ਸਭ ਨਾਲ ਰਿਊਡ ਹੋ, ਤੁਸੀਂ ਸਭ ਨਾਲ ਬੁਰੇ ਹੋ, ਤਾਂ ਤੁਸੀਂ ਹੌਸਟਾਈਲ ਵਰਡ ਨੂੰ ਚੂਜ਼ ਕਰ ਸਕਦੇ ਹੋ। ਲੇਕਿਨ ਪਿੱਛੇ ਵਾਲਾ ਕੰਟੈਕਸਟ ਕਹਿ ਰਿਹਾ ਹੈ ਕਿ ਬਈ ਉਹ ਬੰਦਾ ਸਪੋਰਟਿਵ ਹੈ, ਬੰਦਾ ਵਧੀਆ ਹੈ, ਬੰਦਾ ਸਭ ਦੀ ਹੈਲਪ ਕਰ ਰਿਹਾ ਹੈ। ਜੇ ਤੁਸੀਂ ਸਭ ਦੀ ਹੈਲਪ ਕਰ ਰਹੇ ਹੋ, ਤੁਸੀਂ ਕੰਪੈਸ਼ਨੇਟ ਹੋ, मतलब ਤੁਸੀਂ ਤੁਹਾਡੇ ਅੰਦਰ ਉਹ ਚੀਜ਼ ਆ ਜਾਂਦੀ ਹੈ, ਜਦੋਂ ਤੁਸੀਂ ਕਿਸੇ ਨੂੰ ਅੰਡਰਸਟੈਂਡ ਕਰ ਰਹੇ ਹੋ, ਸਿੰਪੈਥੀ ਦੇ ਰਹੇ ਹੋ, ਹੈ ਨਾ। ਜਦ ਤੁਸੀਂ, ਅਗਰ ਮੈਂ ਕਰੂੰ, ਮੈਂ ਕੰਪੈਸ਼ਨੇਟ ਹਾਂ ਟੂਵਰਡਸ ਅਦਰ ਪੀਪਲ, ਮੈਂ ਅੰਡਰਸਟੈਂਡ ਕਰਨਾ ਚਾਹੁੰਦੀ ਹਾਂ, ਐਮਪੈਥੀ ਬੋਲਦੇ ਹਾਂ ਆਪਾਂ, ਹੈ ਨਾ। ਐਮਪੈਥੀ ਹੁੰਦਾ ਹੈ ਜਦੋਂ ਮੈਂ ਕਿਸੇ ਨੂੰ ਸਮਝ ਪਾ ਰਹੀ ਹਾਂ, ਸਿੰਪੈਥੀ ਹੁੰਦਾ ਹੈ ਕੰਸੋਲ ਕਰਨਾ, ਅਪੈਥੀ ਹੁੰਦਾ ਹੈ ਜਦੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਤਿੰਨੋਂ ਡਿਫਰੈਂਟ ਟਰਮੀਨੋਲੋਜੀਜ਼ ਹੈ। ਉਸੇ ਤਰ੍ਹਾਂ ਜੇ ਤੁਸੀਂ ਕੰਪੈਸ਼ਨੇਟ ਹੋ, ਤੁਹਾਨੂੰ ਕੋਈ ਵੀ ਤੁਹਾਨੂੰ ਕੋਈ ਚੀਜ਼ ਬੁਰੀ ਲੱਗਦੀ ਹੈ ਲਾਈਫ 'ਚ, ਜਾਂ ਕੋਈ ਤੁਸੀਂ ਪਰਸਨ ਦੇਖਦੇ ਹੋ ਜੋ ਕੋਈ ਪ੍ਰੋਬਲਮ 'ਚ ਹੈ, ਕੁਛ ਵੀ ਹੈ, ਤੁਸੀਂ ਉਹਦੇ ਲਈ ਸੋਚਦੇ ਹੋ, ਦੈਟ ਇਜ਼ ਕੰਪੈਸ਼ਨੇਟ, ਠੀਕ ਹੈ। ਉਹ ਬੰਦਾ ਸਪੋਰਟ ਕਰ ਰਿਹਾ, ਗਾਈਡੈਂਸ ਦੇ ਰਿਹਾ ਹੈ, ਟ੍ਰੀਟ ਕਰ ਰਿਹਾ ਹੈ, ਮਤਲਬ ਹੈਲਪ ਕਰ ਰਿਹਾ ਹੈ ਕਿਸੇ ਨੂੰ ਵੀ, ਤਾਂ ਉਹ ਕੰਪੈਸ਼ਨੇਟ ਆ ਜਾਂਦਾ ਹੈ। ਅਫੈਬਲ ਹੁੰਦਾ ਹੈ ਲਵੇਬਲ। ਹੁਣ ਲੀਡਰ ਤੁਹਾਡਾ ਲਵੇਬਲ ਨਹੀਂ ਹੋਗਾ, ਅਫੈਬਲ ਤੁਸੀਂ ਆਪਣੇ ਮਦਰ ਲਈ, ਆਪਣੇ ਲਵਡ ਵਨਸ ਲਈ ਯੂਜ਼ ਕਰ ਸਕਦੇ ਹੋ। ਐਰੋਗੈਂਟ ਤਾਂ ਦੇਖੋ ਨੈਗੇਟਿਵ ਹੀ ਆ ਗਿਆ, ਤੇ ਲੀਨੀਅੰਟ ਹੁੰਦਾ ਜਿਹੜਾ ਰੂਲਸ ਤੇ ਰੈਗੂਲੇਸ਼ਨਸ ਵਾਲਾ ਨਹੀਂ ਆ ਜਾਂਦਾ। ਤਾਂ ਹੌਸਟਾਈਲ ਦਾ ਆਪੋਜ਼ਿਟ ਤੁਹਾਡੇ ਕੋਲ ਇੱਕੋ ਹੀ ਮਿਲੇਗਾ, ਜਿਹੜਾ ਪਿੱਛੇ ਕੰਟੈਕਸਟ ਨਾਲ ਮੈਚ ਕਰ ਰਿਹਾ ਹੈ, ਉਹ ਤੁਹਾਡਾ ਆ ਜਾਂਦਾ ਹੈ ਕੰਪੈਸ਼ਨੇਟ ਆ ਜਾਂਦਾ ਹੈ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਸਿਲੈਕਟ ਦ ਆਪਸ਼ਨ ਦੈਟ ਕੈਨ ਬੀ ਯੂਜ਼ਡ ਐਜ਼ ਅ ਵਨ ਵਰਡ ਸਬਸਟੀਟਿਊਸ਼ਨ for the given words, ठीक है। A person who loves mankind and works for its welfare, ਜਿਹੜਾ ਲੋਕਾਂ ਦੇ ਭਲੇ ਲਈ ਕੰਮ ਕਰਦਾ ਹੈ। ਦੇਖੋ ਇਹਦੇ ਵਿੱਚ ਤੁਹਾਡੇ ਕੋਲ ਚਾਰ ਟਰਮੀਨੋਲੋਜੀਜ਼ ਹੈ, ਫਿਲੈਂਥ੍ਰੋਪਿਸਟ, ਮਿਜ਼ੈਂਥ੍ਰੋਪਿਸਟ। ਜਿਹੜਾ ਫਿਲੈਨ ਹੁੰਦਾ ਹੈ ਲੋਕਾਂ ਦੇ ਵੈਲਫੇਅਰ ਲਈ ਕੰਮ ਕਰਦਾ ਹੈ, ਜਨਰਸ ਹੁੰਦਾ ਹੈ, ਕਿਸੇ ਨੂੰ ਦੇਖਦਾ ਹੈ, ਉਹਨੂੰ ਹੈਲਪ ਕਰਦਾ ਹੈ। ਤੇ ਮਿਜ਼ੈਂਥ੍ਰੋਪੀ ਹੁੰਦਾ ਹੈ ਜੋ ਹਿਊਮਨ ਕਾਈਂਡ ਤੇ ਹਿਊਮਨ ਸੋਸਾਇਟੀ ਨੂੰ ਅਵੋਇਡ ਕਰਦਾ ਹੈ, ਲੋਕਾਂ ਦਾ ਭਲਾ ਨਹੀਂ ਕਰਨਾ ਚਾਹੁੰਦਾ ਹੈ। ਤਾਂ ਫਿਲੈਂਥ੍ਰੋਪਿਸਟ ਕੀ ਹੋ ਜਾਂਦਾ ਹੈ, ਜਿਵੇਂ ਅਗਰ ਮੈਂ ਐਗਜ਼ਾਮਪਲ ਦੇਣੀ ਆ ਤੁਹਾਨੂੰ, रतन टाटा जी बहुत फिलैंथ्रोपिस्ट सीगे, क्यों? क्योंकि बहुत जनरस सी, सब की हेल्प करते सीगे। तो जेडे भी लीडर्स आ जाते हैं, जेडे भी लोग आ जाते हैं, जरूरी नहीं है लीडर होवे जो लोगों के वेलफेयर लिए काम करता है, मनी के ग्राउंड से भी हेल्प करता है, उन्होंने आप फिलैंथ्रोपिस्ट करते हैं, ठीक है। मैनकाइंड लिए हेल्प करता है। तो वर्ड तो तुहाडा आही बन गया। मिज़ैंथ्रोपिस्ट दा ऑपोजिट हो गया, जो हेट करता है मैनकाइंड नूं, हेट करता सोसाइटी नूं। पैसिमिस्ट हुंदा है जो नैगेटिव सोच रखता है, ओपोजिट आ गया ऑप्टिमिस्ट का। ऑप्टिमिस्ट हुंदा जो हर बार वधिया सोचता है, मैं पेपर क्रैक करूंगा, मैं पढ़ूंगा, मैं आ करांगा। पैसिमिस्ट हुंदा जो सोचता मेरा तो कभी पेपर क्रैक ही नहीं होना, मैं कुछ नहीं कर सकता लाइफ च, उन्होंने आपां पैसिमिस्ट कहते हैं। इगोइस्ट हुंदा है जिस बहुत एटीट्यूड है, एरोगेंस है, वो आ गया तुहाडा इगोइस्ट। हुण तुहाडे 10 क्वेश्चंस बनते हैं, 7 तुहाडे होए ने पहले पेपर दे हले। हुण तुहाडा आ गया 3 क्वेश्चंस दा आरसी आएगा, ठीक है। हुण आरसीस पढ़दे हां, तुसी स्क्रीन नूं पॉज करके भी रीड कर सकते हो जिवें तुहानूं कंफर्टेबल है। Robotics, once a concept limited to scientific fiction, now becomes a vital part of human society, ठीक है। हुण robotics पढ़िया भी जाता है, पढ़ाया भी जाता है, तो एक बहुत इंपॉर्टेंट पार्ट बन चुका है human society का। From automated machines in factories to service robots in hospitals, जिहड़ी machines factories आपे काम कर लैंदियां ने, to service robot जिहड़े hospitals च काम करते हैं। Presence of robotics हर sector विच है। These machines not only reduce human effort but also enhance efficiency, accuracy and safety. हर चीज़ बढ़ रही है, हर अच्छी हो रही है। For example, robots assist in performing delicate surgeries, explore dangerous environment and assemble cars faster than humans। हुण इहदे विच पहले पैराग्राफ च तुहानूं पता सिर्फ दस्सिया गया रोबोटिक्स जिहड़ी स्टडी है बहुत हाईलाइट होने लग गई है। कित्थे कित्थे यूज़ किया जाता है, मल्टीपल एरियाज है जिथे रोबोटिक्स ने अपनी स्पेस लै ली है। भावें वो रेस्टोरेंट्स होण, भावें उन्हां दी एफिशिएंसी, एक्यूरेसी, सेफ्टी ते गल होवे, बहुत अच्छी है। इवन सर्जरीज करन लई एक्यूरेसी बहुत अच्छी करते हैं। डेंजरस एनवायरमेंट च भी इन्हां दा बहुत ज़्यादा यूज़ है, ह्यूमनस नालों फास्टर ने। हाउएवर जदों भी आ जाता है, मतलब एदे बेसिस से कुछ नेगेटिव्स भी है। अब पॉजिटिव पैरा सी ना नेगेटिव वाल चला जाएगा। जिवें जिवें रोबोटिक्स वध रही है, द राइज ऑफ रोबोटिक्स, चैलेंजेस भी वध रहे हैं। मैनी फियर दैट मशीन्स मे रिप्लेस ह्यूमन जॉब्स लीडिंग टू एम्प्लॉयमेंट एंड इकनॉमिक इम्बैलेंस। हुण इकनॉमिक इम्बैलेंस भी आ रहा है, एम्प्लॉयमेंट भी अनएम्प्लॉयमेंट भी वध रही आ रही है। Others worry about excessive dependence on technology which could weaken critical human skills. Despite these concerns, despite अगर टर्मिनोलॉजीज होंदियां ने ना, जो भी तुसीं पढ़ रहे हो भावें नोट कर लिया करो, क्योंकि कंट्रास्ट आते रहणगे ना टर्मिनोलॉजीज नाल। Robotics continues to advance, often solving problems humans alone cannot। भावें जो मर्जी इन्हां दा नेगेटिव आ जाता है, लेकिन उदां दी प्रॉब्लम्स च जा रहे हैं जिहड़े ह्यूमनस भी सॉल्व शायद नहीं कर सकते।
what makes robotics remarkable is its ability to evolve. जिवें जिवें robotics increase कर रही है, evolve कर रही है. With an artificial intelligence, robots are no longer limited to programs, instructions. सिर्फ programs, instructions वाल limited नहीं है, वो learn कर सकते हैं, adapt कर सकते हैं, interact कर सकते हैं intelligently. This blend of automation and intelligence shapes the future of industries, education and even daily life. ਹੁਣ researchers adapt कर रहे हैं, are now developing robots that can collaborate with humans in classrooms, provides that companionship for elders and support sustainable practices in agriculture. ਕੱਲ ਨੂੰ ਜਿਸको ਅੱਜਕੱਲ ਤਾਂ ਰੋਬੋਟਸ ਪੜ੍ਹਾ ਵੀ ਰਹੇ ਨੇ, ਤੁਸੀਂ ਬਹੁਤ ਐਪਸ ਦੇਖੀਆਂ ਹੈ, ਪਰ ਤੁਸੀਂ ਉਹ ਪ੍ਰੋਡਕਟਿਵਿਟੀ, ਉਹ ਹਿਊਮਨ ਇੰਟਰੈਕਸ਼ਨ ਸ਼ਾਇਦ ਨਹੀਂ ਵੀ ਦੇਖ ਪਾਓ, ਪਰ ਬਹੁਤ ਜਗ੍ਹਾ ਤੇ ਰਿਪਲੇਸਮੈਂਟਸ ਵੀ ਨੇ ਰੋਬੋਟਸ ਨਾਲ, ਠੀਕ ਹੈ। ਕੋਈ ਐਲਡਰ ਪੀਪਲ ਹੈ, ਉਹਨਾਂ ਨੇ ਆਪਣੇ ਘਰ ਰੋਬੋਟਸ ਰੱਖੇ ਹੋਏ ਆ ਤਾਂ ਕਿ ਉਹ ਆਈਸੋਲੇਟਡ ਨਾ ਫੀਲ ਕਰਨ, ਕੱਲਾ ਨਾ ਫੀਲ ਕਰਨ, ਤਾਂ ਆਹ ਚੀਜ਼ਾਂ ਐਗਰੀਕਲਚਰ 'ਚ ਵੀ ਬਹੁਤ ਅੱਛੀਆਂ ਚੱਲ ਰਹੀਆਂ ਨੇ। These advancements show that robotics is not just about efficiency but also creating meaningful human machine partnerships. मतलब ਹੁੰਦਾ human partnerships, human partners ਬਣ ਰਿਹਾ robotics ਨਾਲ। Ultimately, robotics remind us that technology, when guided by ethics and responsibility, has potential to improve lives without diminishing human values. Its future lies not in replacing humans but in empowering them to achieve more than they ever could alone. मतलब जो मर्जी आप ਇਹਦੇ ਵਿੱਚ robotics ਦੇ ਪੋਜ਼ਿਟਿਵ ਪੜ੍ਹੇ, ਨੈਗੇਟਿਵ ਪੜ੍ਹੇ, ਬਹੁਤ ਜਗ੍ਹਾ ਤੇ ਹੈਲਪ ਕਰ ਰਹੇ ਹੈ, ਕਿੱਦਾਂ ਰੋਲਸ ਐਕਸਪੈਂਡ ਕਰ ਰਹੇ ਹੈ, ਚੀਜ਼ ਆ ਜਾਂਦੀ, ਤੁਸੀਂ ਵਧੀਆ ਤਰੀਕੇ ਨਾਲ ਯੂਜ਼ ਕਰੋਗੇ robotics ਤਾਂ ਬਹੁਤ ਵਧੀਆ ਹੈ, ਨਹੀਂ ਤਾਂ ਨੈਗੇਟਿਵ ਹੈ। ਹੁਣ ਆਈ ਥਿੰਕ ਤੁਹਾਨੂੰ ਥੋੜਾ ਆਈਡੀਆ ਆਪਾਂ ਕੀ ਪੜ੍ਹਿਆ। ਤੁਹਾਨੂੰ ਹਮੇਸ਼ਾ ਐਕਸਟੈਂਸਿਵ ਰੀਡਿੰਗ ਕਰਨੀ ਚਾਹੀਦੀ ਹੈ ਆਰਸੀ ਦੀ, ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਟੌਪਿਕ ਕਿਸ ਬਾਰੇ ਹੈ, ਠੀਕ ਹੈ। ਉਹ ਬਹੁਤ ਫਾਸਟ ਹੋਏਗੀ ਜੇ ਤੁਸੀਂ ਪੜ੍ਹਦੇ ਰਹੋਗੇ ਕੰਟੀਨਿਊਸਲੀ। ਮੈਂ ਵੀ ਬਹੁਤ ਸਲੋ ਚੀਜ਼ਾਂ ਸਮਝਾਉਣ ਵਾਸਤੇ ਸਲੋਲੀ ਪੜ੍ਹ ਰਹੀ ਹਾਂ। ਪਹਿਲਾ ਕੁਐਸਚਨ ਆ ਜਾਂਦਾ ਹੈ ਕਿ ਤੁਹਾਡਾ ਸੂਟੇਬਲ ਟਾਈਟਲ ਕੀ ਹੋਣਾ ਚਾਹੀਦਾ ਹੈ ਇਸ ਪੈਰਾਗ੍ਰਾਫ ਦਾ, ਠੀਕ ਹੈ। ਤੁਹਾਡੇ ਕੋਲ 4 ਟਾਈਟਲਸ ਨੇ। ਰੋਬੋਟਿਕਸ ਦ ਰਿਸਕ ਆਫ ਆਟੋਮੇਸ਼ਨ ਔਨ ਹਿਊਮਨ ਵਰਕ, ਰੋਬੋਟਿਕਸ ਨਿਊ ਮਸ਼ੀਨਸ ਫॉर ਫਾਸਟਰ ਇੰਡਸਟਰੀਅਲ ਗਰੋਥ, robotics the balance of progress and human, robotics a journey from fiction to reality। देखो डी वाला तो बिल्कुल ही गलत है, इत्थे आंसर डी दिता होया है। आ गलती नाल किसी दे आंसर जो क्वेश्चन पेपर्स होंगे उन्होंने कंपाइल किया गया, तो जो बच्चे ने डी किया से उहदा आ गया लिखा हुआ है गलती नाल, ठीक है। आ तो बिल्कुल नहीं हैगा, क्योंकि फिक्शन की कोई गल ही नहीं हुई है ਇਹਦੇ ਵਿੱਚ। ਕੱਲੇ ਆਟੋਮੇਸ਼ਨ ਹਿਊਮਨ ਵਰਕ ਦੀ ਵੀ ਕੱਲੀ ਗੱਲ ਨਹੀਂ, ਆ ਬੈਲੈਂਸ ਦੀ ਗੱਲ ਕਰਦਾ ਹੈ ਹਮੇਸ਼ਾ। ਤੁਸੀਂ ਜਦੋਂ ਵੀ, ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਸੀਂ ਟਾਈਟਲ ਸਮਝਣਾ ਨਾ, पहली लाइन पैराग्राफ दी ते आखिरी लाइन आरसी दी पढ़ लेना, ਤੁਹਾਨੂੰ ਪਤਾ ਚੱਲ ਜਾਏਗਾ, क्योंकि आखिरी लाइन 'ਚ ਉਹਨਾਂ ਨੇ बैलेंस ਦੀ ਗੱਲ ਕੀਤੀ ਹੈ। ਤੁਸੀਂ ਉਹਦੇ बेसिस ਤੇ ਹੀ ਅਦਾ टाइटल ਨੂੰ ਆਇਡੈਂਟੀਫਾਈ ਕਰਨਾ ਹੁੰਦਾ ਹੈ। अगला देख ਲੈਂਦੇ ਆਪਾਂ। अगला आ जाता है कि इनफ्रेंस ਤੁਸੀਂ ड्रॉ कर सकते हो फ्रॉम द पैसेज, मतलब पैराग्राफ की कहना चाहता है। रोबोटिक्स कैन रिप्लेस एंड असिस्ट ह्यूमनस इन डिफरेंट सेक्टर्स। असिस्ट तो कर सकते हैं, रिप्लेसमेंट भी आप नहीं कह सकते, बट चलो असिस्ट भी कर रहे हैं, रिप्लेस कुछ जगह पर कर रहे हैं, ठीक भी है। रोल ऑफ आर्टिफिशियल इंटैलिजेंस मेक रॉबर्ट्स अडैप्टिव एंड इंटरैक्टिव। AI नाल रॉबर्ट्स बिल्कुल इंटरैक्टिव भी हो रहे, अडैप्टिव भी हो रहे, ह्यूमनस नाल गल्लां कर रहे हैं, ह्यूमनस की प्लेस च आ रहे हैं, तो भाई अट्रैक्टिव भी हो रहे हैं। रॉबोटिक्स गारंटी द कंप्लीशन ऑफ अनएम्प्लॉयमेंट वर्ल्ड वाइड। ना वो तो अनएम्प्लॉयमेंट की कर रहे हैं, जनरेट कर रहे हैं। तो की आंसर आ जाएगा दा 1 and 2 आ जाएगा ना आंसर, 1 and 2 ओनली। बी इज द राइट आंसर ऑफ दिस क्वेश्चन, ठीक है। तो लास्ट आ जाता है 20th, ਤੁਹਾਡੇ ਕੋਲ आ गया आंसर। सिलेक्ट द करेक्ट समरी ऑफ द पैसेज। पैसेज की समरी केड़ी आ जाती है। रोबोटिक्स इज ओनली वैल्यूएबल व्हेन इट रिड्यूसेस कॉस्ट्स इन इंडस्ट्रीज, making production quicker and cheaper than human work. Robotics is mostly about factory machines, car assembly and some medical uses. Robotics evolving with AI enhances efficiency ਦੀ ਗੱਲ ਹੋਈ ਹੈ, sports human task ਦੀ ਹੋਈ ਹੈ, challenges ਦੀ ਗੱਲ ਹੋਈ ਹੈ, highlights। ਜਦੋਂ ਮਲਟੀਪਲ ਚੀਜ਼ਾਂ ਆ ਜਾਣ ਨਾ, ਐਗਜ਼ੈਕਟ ਹੋਈ ਹੈ ਜਿਸ 'ਚ ਪੋਜ਼ਿਟਿਵ ਵੀ ਆ ਰਿਹਾ ਤੇ ਨੈਗੇਟਿਵ ਵੀ ਆ ਰਿਹਾ, ਤਾਂ ਮੈਨੂੰ ਤਾਂ ਲੱਗਦਾ ਸੀ ਬਿਲਕੁਲ ਠੀਕ ਲਿਖਿਆ ਇੱਥੇ। ਰੋਬੋਟਿਕਸ ਇਜ਼ ਇੰਟਾਇਰਲੀ ਪੋਜ਼ਿਟਿਵ, ਕੋਈ ਵੀ ਚੀਜ਼ ਇੰਟਾਇਰਲੀ ਪੋਜ਼ਿਟਿਵ ਨਹੀਂ ਹੋ ਸਕਦੀ ਹੈ। आई होप ਤੁਹਾਨੂੰ ਆ ਵਾਲਾ ਪੇਪਰ ਬਿਲਕੁਲ ਕਲੀਅਰ ਆ ਜਾਂਦਾ ਹੈ, ਪਹਿਲੇ ਵਾਲੇ 'ਚ ਕੋਈ ਪ੍ਰੋਬਲਮ ਨਹੀਂ ਆਈ ਹੋਵੇ। ਤਾਂ ਪਹਿਲਾ ਤੁਸੀਂ ਕੁਐਸਚਨ ਪੇਪਰ ਕਰ ਲਿਆ ਮੇਰੇ ਨਾਲ, ਹੁਣ ਆਪਾਂ ਦੂਜਾ ਕੁਐਸਚਨ ਪੇਪਰ ਸਟਾਰਟ ਕਰਨ ਵਾਲੇ ਹਾਂ। पेपर 2 स्टार्ट करते हैं ਹੁਣ ਆਪਾਂ। 16 जून 2025 PSPCL ਦਾ ਪੇਪਰ ਹੈ। ਪਹਿਲਾਂ ਕਈ PSPCL ਦੇ ਜਿਹੜੇ ਕੁਐਸਚਨਸ ਆਏ ਨਾ, ਜਿਹੜੇ ਪਿਛਲੇ ਸਾਲ ਕੰਡਕਟ ਕੀਤਾ ਸੀ, ਉਹਦੇ ਵਿੱਚ ਪੰਜਾਬੀ ਟੂ ਇੰਗਲਿਸ਼ ਕਨਵਰਜ਼ਨ, ਇੰਗਲਿਸ਼ ਟੂ ਪੰਜਾਬੀ ਕਨਵਰਜ਼ਨ, ਐਦਾਂ ਦੇ ਕੁਐਸਚਨਸ ਵੀ ਪੁੱਛੇ ਗਏ ਆ। ਜਿਵੇਂ ਤੁਹਾਨੂੰ ਇੰਗਲਿਸ਼ 'ਚ ਸੈਂਟੈਂਸ ਦਿੱਤਾ ਗਿਆ, ਤੁਸੀਂ ਦੇਖਣਾ ਕਿ ਇਹਦਾ ਪੰਜਾਬੀ 'ਚ ਮਤਲਬ ਕੀ ਹੈ, ਤੁਸੀਂ ਈਜ਼ੀਲੀ ਕਰ ਲੋਗੇ। ਇਨ ਕੇਸ ਆਫ ਐਮਰਜੈਂਸੀ ਪੁਲ ਚੇਨ, ਸੰਕਟ ਸਮੇਂ ਜੰਜੀਰ ਖਿੱਚੋ, ਸੰਕਟ ਸਮੇਂ ਜੰਜੀਰ ਨੂੰ ਧੱਕਾ ਮਾਰੋ, ਚਲਾਨ ਸਮੇਂ ਜੰਜੀਰ ਖਿੱਚੋ ਤੇ ਸੰਕਟ ਸਮੇਂ ਦੌਰਾਨ ਜੰਜੀਰ ਛੱਡੋ। ਤਾਂ ਤੁਹਾਨੂੰ ਪਤਾ ਖਿੱਚਣਾ ਪੁੱਲ ਦਾ ਚੇਨ ਹੋ ਗਿਆ, ਖਿੱਚਣਾ ਚੇਨ ਨੂੰ ਤੁਸੀਂ, ਇਹਦਾ ਆਪਸ਼ਨ ਏ ਆ ਗਿਆ। ਆ ਈਜ਼ੀ ਸੀਗਾ ਤੁਹਾਡੇ ਲਈ। ਸੈਕੰਡ ਆਪਾਂ ਕਰਦੇ ਆ ਫਿਲ ਇਨ ਦ ਬਲੈਂਕਸ ਆ ਜਾਂਦੇ ਆ। ਹੁਣ ਇਹਦੇ ਵਿੱਚ ਵੀ ਆ ਗਿਆ ਤੁਹਾਡੇ ਕੋਲ ਸੋ, ਔਰ, ਬਟ,
इफ ਹੁਣ ਆ ਕੁਛ ਨਾ ਕੁਝ ਜਿਵੇਂ ਔਰ ਆ ਜਾਂਦਾ, ਸੋ ਆ ਜਾਂਦਾ, ਬਟ ਆ ਜਾਂਦਾ, ਕੰਜੰਕਸ਼ਨਸ ਦਾ ਪਾਰਟ ਵੀ ਆ ਜਾਂਦਾ। ਤੁਹਾਨੂੰ ਫਿਲ ਇਨ ਦਾ ਬਲੈਂਕਸ ਦੇਖੋ ਮਲਟੀਪਲ ਪਾਰਟਸ ਆਫ ਸਪੀਚ ਤੁਹਾਨੂੰ ਯਾਦ ਹੋਣੇ ਚਾਹੀਦੇ ਆ, ਉਹਦੇ ਬੇਸਿਸ ਤੇ ਹੀ ਫਿਲ ਇਨ ਦਾ ਬਲੈਂਕਸ ਆਉਂਦੇ ਆ। ਹੀ ਵਿਲ ਨਾਟ ਫੇਲ ਡੈਸ਼ ਹੀ ਸਟੱਡੀਜ਼ ਦਿਸ ਈਅਰ, ਉਹ ਫੇਲ ਨਹੀਂ ਹੋਏਗਾ ਅਗਰ ਉਹ ਮਿਹਨਤ ਕਰਦਾ ਹੈ। ਹੁਣ ਕੰਡੀਸ਼ਨਲ ਸੈਂਟੈਂਸਸ ਹੁੰਦੇ ਨੇ, ਇਹਦਾ ਮਤਲਬ ਹੁੰਦਾ ਹੈ ਅਗਰ, ਅਗਰ ਤਾਂ ਇਫ 'ਚ ਹੀ ਆ ਜਾਂਦਾ ਨਾ, if he studies hard this year ਤਾਂ ਉਹ ਫੇਲ ਨਹੀਂ ਹੋਏਗਾ। ਤਾਂ ਤੁਸੀਂ if ਨੂੰ ਰੱਖਣਾ ਹੈ, ਸਪੋਜੀਸ਼ਨ ਆ ਜਾਂਦੀ ਹੈ। ਜੋ ਤੁਹਾਡਾ ਕੋਈ ਸੈਂਟੈਂਸ ਹਮੇਸ਼ਾ if ਤੋਂ ਸਟਾਰਟ ਹੋਵੇ ਨਾ, ਰੂਲ ਯਾਦ ਕਰ ਲਓ, if ਤੋਂ ਹੋ ਰਿਹਾ ਹੈ ਜਾਂ as if ਤੋਂ ਹੋ ਰਿਹਾ ਹੈ, ਤੇ ਭਾਵੇਂ ਅੱਗੇ I ਲੱਗਾ, ਭਾਵੇਂ ਲੱਗਾ she, ਭਾਵੇਂ ਲੱਗਾ ਕੁਝ ਵੀ, ਤਾਂ ਪਿੱਛੇ ਕੀ ਆਏਗਾ ਤੁਹਾਡਾ, ਵਰ ਆਏਗਾ। ਆ ਮੈਂ ਰੂਲਸ ਕਲਾਸ 'ਚ ਬਹੁਤ ਵਾਰੀ ਦੱਸ ਚੁੱਕੀ ਹਾਂ ਕਿ ਜਦੋਂ ਵੀ ਤੁਹਾਡਾ ਸੈਂਟੈਂਸ if ਤੋਂ ਅਗਰ ਸ਼ੁਰੂ ਹੋ ਰਿਹਾ ਜਾਂ as if ਤੋਂ ਹੋ ਰਿਹਾ ਤਾਂ ਪਿੱਛੇ ਅਗਰ ਆਪਸ਼ਨਸ 'ਚ ਵਰ ਦਿੱਤਾ ਹੋਇਆ ਨਾ ਕਿਤੇ ਵੀ, ਤੁਸੀਂ ਉਹਨੂੰ ਟਿਕ ਕਰ ਲੈਣਾ। ਇਹਦੇ ਵਿੱਚ ਤੁਹਾਡਾ ਅਗਰ ਸੀਗਾ, ਤੁਸੀਂ ਕਨਵਰਟ ਕਰ ਲਿਆ ਕਰੋ ਫਿਲ ਇਨ ਦਾ ਬਲੈਂਕਸ ਨੂੰ, ਪ੍ਰੈਪੋਜੀਸ਼ਨ ਕੰਜੰਕਸ਼ਨ ਕਰਨੀ ਬਹੁਤ ਈਜ਼ੀ ਹੋ ਜਾਂਦੀ ਹੈ। ਹੁਣ ਉਹੀ ਹੈ, ਹੇਠ ਲਿਖੇ ਵਾਕ ਦਾ ਸਹੀ ਅਨੁਵਾਦ ਚੁਣੋ। ਰਾਈਟ ਪਿਨ ਕੋਡ ਇਨ ਐਡਰੈਸ, ਹੁਣ ਪਿਨ ਕੋਡ ਲਿਖਣਾ ਹੈ, ਪਤੇ ਲਈ ਪਿਨ ਕੋਡ ਲਿਖੋ, ਪਤੇ ਦਾ ਪਿਨ ਕੋਡ ਲਿਖੋ, ਪਤੇ ਉੱਤੇ ਪਿਨ ਕੋਡ ਲਿਖੋ, ਪਤੇ ਉੱਤੇ ਦਾ ਲਿਖਦੇ ਨਹੀਂ ਹੈ, ਪਤੇ ਦੇ ਨਾਲ ਪਿਨ ਕੋਡ ਲਿਖੋ, ਰਾਈਟ, ਕਿਉਂਕਿ ਤੁਸੀਂ ਪਤਾ ਵੀ ਲਿਖੋਗੇ, ਐਡਰੈਸ ਵੀ ਲਿਖੋਗੇ, ਨਾਲ ਪਿਨ ਕੋਡ ਲਿਖੋਗੇ, ਤਾਂ ਆਪਸ਼ਨ ਨੰਬਰ ਕਿਹੜਾ ਆ ਗਿਆ ਤੁਹਾਡੇ ਕੋਲ, ਡੀ ਆਪਸ਼ਨ ਬਿਲਕੁਲ ਠੀਕ ਆ ਜਾਂਦਾ ਹੈ ਤੁਹਾਡਾ। ਅਗਲਾ ਆ ਜਾਂਦਾ ਹੈ 4th, ਫਿਲ ਇਨ ਦਾ ਬਲੈਂਕ ਆ ਗਿਆ। The Mayan civilization of Mexico and Central America dash an indelible impression on the imagination of modern world through its literature। ਹੁਣ ਜਿਹੜੀ ਮਾਇਨ ਸਿਵਲਾਈਜੇਸ਼ਨ ਸੀ ਮੈਕਸੀਕੋ ਦੀ, ਅਮਰੀਕਾ ਦੀ, ਉਹਨੇ ਇੱਕ ਇੰਡੈਲੀਬਲ ਬਹੁਤ ਅੱਛਾ ਇੰਪ੍ਰੈਸ਼ਨਸ ਦੱਸਿਆ ਹੈ ਔਨ ਦ ਇਮੈਜਿਨ ਆਫ ਮਾਡਰਨ ਲਿਟਰੇਚਰ ਥਰੂ ਇਮੈਜਿਨੇਸ਼ਨ ਦੇ ਨਾਲ। ਹੁਣ ਆ ਵੀ ਆ ਜਾਂਦਾ ਹੈ ਤੁਹਾਡਾ ਵਰਬ ਬੇਸ ਆ ਜਾਂਦਾ ਹੈ, ਇਜ਼ ਲੀਵਿੰਗ, ਹਾਲੇ ਵੀ ਉਹ ਲੀਵ ਕਰ ਰਹੀ ਹੈ, ਲੀਵਸ ਪ੍ਰੈਜ਼ੈਂਟ ਆ ਜਾਂਦਾ ਹੈ ਤੁਹਾਡੇ ਕੋਲ। ਫਿਰ ਤੁਹਾਡੇ ਕੋਲ ਪਾਸ ਦੀ ਗੱਲ ਹੋ ਜਾਂਦੀ ਹੈ ਤੇ ਪਾਸ ਲੈਫਟ ਤੇ ਲੈਫਟ ਆ ਜਾਂਦਾ ਹੈ। ਤੁਹਾਨੂੰ ਜਦੋਂ ਵੀ ਕੋਈ ਚੀਜ਼ ਪੁਰਾਣੀ ਹੈ ਤੁਹਾਨੂੰ ਸਿੰਪਲ ਪਾਸਟ ਹੀ ਯੂਜ਼ ਕਰਨਾ ਹੁੰਦਾ ਹੈ। ਸਿੰਪਲ ਪਾਸਟ ਇਹਦੇ ਵਿੱਚ ਆਪਣੇ ਕੋਲ ਆ ਗਿਆ, ਲੈਫਟ ਇਕੱਲਾ ਹੀ ਤੁਹਾਡੇ ਲਈ ਸੈਟੀਸਫਾਈਡ ਹੈ, ਠੀਕ ਹੈ। ਤੁਸੀਂ ਵਾਸ ਲੈਫਟ ਇਕੱਠਾ ਨਹੀਂ ਲਗਾਓਗੇ, ਇਹੀ ਇੱਕੋ ਆਪਸ਼ਨ ਸਹੀ ਬਚਦਾ, ਦੈਟ ਇਜ਼ ਯੋਰ ਲੈਫਟ ਆ ਜਾਏਗਾ ਤੁਹਾਡਾ ਆਨਸਰ, ਕਿਉਂਕਿ ਆ ਚੀਜ਼ ਪੁਰਾਣੀ ਗੱਲ ਹੋ ਰਹੀ ਹੈ। ਜੋ ਤੁਹਾਡੇ ਕੋਲ ਯੈਸਟਰਡੇ ਵੀ ਲੱਗਾ ਹੋਵੇ, ਅਗੋ ਵੀ ਲੱਗਾ ਹੋਵੇ, ਤਾਂ ਵੀ ਤੁਸੀਂ ਸਿੰਪਲ ਪਾਸਟ ਹੀ ਲਗਾਉਣਾ ਹੈ, ਆ ਯਾਦ ਰੱਖਿਓ। ਅਗਲਾ ਆ ਜਾਂਦਾ ਤੁਹਾਡੇ ਕੋਲ ਪ੍ਰੋਵਰਬ ਦਿੱਤਾ ਹੋਇਆ, ਤੁਸੀਂ ਪ੍ਰੋਵਰਬ ਦਾ ਮਤਲਬ ਦੱਸਣਾ ਹੈ ਕਿ ਕੀ ਮਤਲਬ ਆ ਜਾਂਦਾ ਹੈ। When in Rome do as Roman does, ਮਤਲਬ ਜਿੱਥੋਂ ਦੇ ਤੁਸੀਂ ਜਾਂਦੇ ਹੋ, ਜਿਹੜੀ ਜਗ੍ਹਾ ਤੇ ਜਾਂਦੇ ਹੋ, ਉਵੇਂ ਦਾ ਤੁਹਾਨੂੰ ਕੀ ਕਰ ਲੈਣਾ ਚਾਹੀਦਾ, ਪਹਿਰਾਵਾ ਲੈ ਲੈਣਾ ਚਾਹੀਦਾ, ਉਵੇਂ ਦੇ ਬਣ ਜਾਣਾ ਚਾਹੀਦਾ, ਦਾ ਮਤਲਬ ਆ ਗਿਆ। ਹੁਣ ਕੰਫਰਮਿਟੀ ਇਨਸ਼ੋਰ ਸਕਸੈਸ, ਦੇਖੋ ਆ ਵੀ ਨਹੀਂ ਆਏਗਾ ਤੁਹਾਡਾ। adopt new activities, new habits quickly, नवी नवी चीज़ां सीखो, नहीं respect cultural differences, नहीं follow local customs when you are in a foreign place। मतलब तुसी जेड़ी country जेड़ी जगह दे जांदे हो उत्थों दे बन जाओ, तां तुहानूं कहंदे आ कि तुसी when in Rome, जदों रोम गए तां रोम वांगू behave करो, रोमन्स वांगू behave करो, तां जित्थों दे place से जाओगे उवें दे locals नाल तुसी, locals जिवें हुंदे उत्थों दे लोकी ने, उवें तुसी adapt कर लो। आ तुहाडा 5th क्वेश्चन आ गया। इस तो बाद तुहाडा नेक्स्ट आ जांदा है, एक सेकेंड, ठीक है। 6 ਤੁਹਾਡੇ ਕੋਲ ਆ ਗਿਆ, ਇਹਦੇ ਵਿੱਚ ਤੁਹਾਡਾ ਹੈ ਪੈਰਾਗ੍ਰਾਫ ਜੰਬਲਡ ਸੈਂਟੈਂਸਸ ਹੀ ਆਪਾਂ ਇੰਕਲੂਡ ਕਰਨਾ ਹੈ। ਫਿਰ ਤੋਂ ਜੰਬਲਡ ਹੈ। ਹੁਣ ਦੇਖੋ ਇਹਦੇ ਵਿੱਚ ਕੀ ਆ ਰਿਹਾ, ਤੁਹਾਡੇ ਕੋਲ ਇੱਕ ਫਿਕਸਡ ਆ ਗਿਆ। ਮੈਂ ਤੁਹਾਨੂੰ ਦੱਸਿਆ ਸੀ ਨਾ ਜੰਬਲ ਦੇ ਵੀ ਵੇਰੀਏਸ਼ਨਸ ਹੈ, ਕਿਸੇ 'ਚ ਸਾਰੇ ਹੀ ਤੁਹਾਨੂੰ ਦਿੱਤੇ ਗਏ ਆ, ਪਹਿਲਾ ਤੇ ਲਾਸਟ ਫਿਕਸਡ ਹੈ, ਕਿਸੇ 'ਚ ਇੱਕੋ ਸੈਂਟੈਂਸ ਦਿੱਤਾ ਹੋਇਆ, ਕਿਸੇ 'ਚ ਕੱਲਾ ਪਹਿਲਾ ਫਿਕਸਡ ਆ ਗਿਆ। ਹੁਣ ਇਹਦੇ ਵਿੱਚ ਕੀ ਆ ਰਿਹਾ ਹੈ, सेंटेंसेस ऑफ अ पैराग्राफ आर गिवन बिलो, ਤੁਹਾਡਾ ਜਿਹੜਾ ਪਹਿਲਾ ਹੈ ਉਹ ਕਰੈਕਟ ਹੈ, ਸਹੀ ਪਲੇਸ ਤੇ ਹੈ, ਬਾਕੀ ਜਿਹੜੇ 1 ਤੋਂ 4 ਹੈ ਤੁਸੀਂ ਲੇਬਲ ਕਰਨਾ ਹੈ ਕੀ ਸਹੀ ਹੈ ਕੀ ਗਲਤ ਹੈ। ਹੁਣ ਉਸੇ ਤਰ੍ਹਾਂ ਡਿਸਕਸ ਕਰੋ ਜਿਵੇਂ ਤੁਹਾਨੂੰ ਸਮਝਾਇਆ ਹੈ ਕਿ ਪਹਿਲਾਂ ਤੁਸੀਂ ਚੀਜ਼ ਦੇਖਣੀ ਹੈ, ਸਭ ਤੋਂ ਪਹਿਲਾਂ ਕੀ ਦੀ ਗੱਲ ਹੋ ਰਹੀ ਹੈ। It is good that people are aware about their fitness, मतलब people are aware about their fitness। अगले च देखो, many people are drawn to yoga for its physical benefits। एडिशनली तो उदों आएगा जो पहला आप कोई गल कर ली हो, एडिशनली तो नाल सेंटेंस नहीं शुरू हो जाता, आ हमेशा एंडिंग वाल ज़्यादा आता है। योगा इज अ प्रैक्टिस दैट कंबाइंस फिजिकल पोस्चर, ब्रीदिंग एक्सरसाइज एंड मेडिटेशन। देखो सिर्फ ये जो आ जाता है, सब तो पहला तो मेन डेफिनेशन, मेन प्रपोजल योगा का स्टार्ट हो रहा है, तो 3 विच ही हो रहा है। ये भी ड्रॉन टू योगा, पहला योगा की गल ये होएगी, पहला तुसी एक नाउन फड़ोगे, फिर तुसी दूजे वाल लेके जाओगे, योगा इज अ प्रैक्टिस, ठीक है। फिर योगा ये आ गया, 3 तो बाद थोड़ा 1 आना चाहिए, ठीक है। उस तो बाद क्या आ जाएगा, एडिशनली वाला एंड ते आएगा। मैं तुहानूं दस्सिया एडिशनली वाला एंड ते ले लो, तो बचा किहड़ा तुहाडे कोल 4 बचिया, 3 1 4 2,
ਆ ਤੁਹਾਡਾ ਡੀ ਆਪਸ਼ਨ ਆ ਗਿਆ। बस ਤੁਸੀਂ ਪਹਿਲਾਂ ਕੰਟੈਕਸਟ ਕੀ ਦੇਖਣਾ ਹੈ ਕਿ ਪਹਿਲਾਂ ਕਿਤੇ ਚ ਨਾउन ਦਿੱਤਾ ਹੈ, ਫਿਰ ਉਹੀ ਵਰਡ ਕਿੱਥੇ ਰਿਪੀਟ ਹੋਇਆ ਹੈ, ਉਹਦੀ ਐਕਸਪਲੇਨੇਸ਼ਨ ਆ ਗਈ, ਉਹਦਾ ਐਗਜ਼ਾਮਪਲ ਆ ਗਿਆ। ਜੋ ਤੁਹਾਡਾ ਵਰਡਸ ਆ ਜਾਂਦੇ ਹੈ, ਕੰਕਲੂਜਨ ਆ ਗਿਆ, ਐਡੀਸ਼ਨਲੀ ਆ ਗਿਆ, ਆ ਐਂਡਿੰਗ ਵੱਲ ਜਾਣਗੇ। ਆ ਕਦੀ ਵੀ ਵਰਡ ਸਟਾਰਟਿੰਗ ਚ ਯੂਜ਼ ਨਹੀਂ ਹੁੰਦੇ ਹੈ। ਆ ਕੁਝ ਟ੍ਰਿਕਸ ਨੇ, ਜਿੰਨਾ ਕਰੋਗੇ ਪ੍ਰੈਕਟਿਸ ਉਨਾ ਤੁਹਾਨੂੰ ਯਾਦ ਹੁੰਦਾ ਰਹੇਗਾ। 7th ਆ ਜਾਂਦਾ ਤੁਹਾਡੇ ਕੋਲ, ਤੁਸੀਂ ਐਂਟੋਨਿਮ ਲੱਭਣਾ ਹੈ। ਐਂਟੋਨਿਮ ਕੀ ਹੋ ਜਾਂਦਾ, ਜਦੋਂ ਤੁਸੀਂ ਕਿਸੇ ਚੀਜ਼ ਦਾ ਆਪੋਜ਼ਿਟ ਲੱਭਦੇ ਹੋ। ट्रांजिएंट होता है जिहड़ी चीज़ बहुत थोड़े टाइम ਲਈ एग्जिस्ट करती है, मतलब थोड़ा टाइम ਲਈ है, हुणे उड़ जाएगी, खत्म हो जाएगी, तो चीज़ ਨੂੰ ਆਪਾਂ ਕੀ ਕਹਿੰਦੇ ਆ, ट्रांजिट कह ਦਿੰਦੇ ਆ। ठीक है, ਹੁਣ ਤੁਸੀਂ ਇਹਦਾ ਆਪੋਜ਼ਿਟ ਲੱਭਣਾ ਹੈ। फॉर्मल भी ट्रांजिट ही ਹੁੰਦਾ है, मतलब ਇਹ फॉर्मल ਹੁੰਦਾ ਹੈ ਨਾ, ਉਹ ਵੀ ਹੁੰਦਾ थोड़े टाइम ਲਈ कोई चीज़ एग्जिस्ट हो रही है। टेम्पररी भी थोड़ा टाइम आ जाता है। फ्लीटिंग भी जिहड़ी चीज़ फ्लीट हो जाएगी, मतलब चली जाएगी, उड़ जाएगी। परमानेंट का ऑप्शन आ जाएगा ओपोजिट, क्योंकि ओपोजिट की गल हो रही है। तीनों ऑप्शन इको पासे आ गए। परमानेंट होंदा जिहड़ा लॉन्ग लास्टिंग होंदा है, तो ऑप्शन किहड़ा आ गया अपने कोल, सी ऑप्शन आ गया अपने कोल। 8th आ जाता है तुहाडे कोल रीअरेंजमेंट। देखो फिर हुण अपने कोल जंबल्ड ही है, पर जंबल किद्दां आ गया, इको सेंटेंस दिता होया है ते मल्टीपल पार्ट्स च डिवाइड किया गया। रीफॉरेस्टेशन एफर्ट्स, अच्छा, विच इंप्रूव्स एयर क्वालिटी आर क्रूशल। हुण इहदे विच तुहानूं सेंटेंस स्ट्रक्चर का बहुत ध्यान रखना है, क्योंकि सेंटेंस स्ट्रक्चर के बेसिस से ही चीज़ आएगी। देखो पहला तुसीं नाउन लभो। नाउन रीफॉरेस्टेशन एज नाल भी नहीं होएगा स्टार्ट, विच नाल भी नहीं होएगा, आर नाल भी, एंड नाल भी नहीं, मतलब ओ नाल स्टार्ट होएगा। सारे ओ नाल हो रहे हैं, चलो ओ नाल ही हो रहे हैं। उस तो बाद आ जाता है रीफॉरेस्टेशन एफर्ट्स। एफर्ट्स तो बाद देखो इहदे बाद मैनूं कोई वर्ब चाहिए है। नाउन आ गया ना मेरे कोल, जो मैं सेंटेंस बनानी आ, रीटा इज स्लीपिंग, मैनू रीटा दे नाल इस चाहिदा सीगा। डिफॉरेस्टेशन इज रॉन्ग, इज आ गया, मतलब मैनू नाउन तो बाद हेल्पिंग वर्ब लगाना है ना, आप हेल्पिंग वर्ब लभना है। हेल्पिंग वर्ब विच नहीं हैगा, तो ज्वाइन करने लई सेंटेंसेस नू यूज किया जाता है, कंजक्शन च आ गया। आर बन सकता है मेरा, ठीक है, एज भी नहीं लगेगा, एंड भी नहीं लगेगा। बचिया की अपने कोल ओ तो बाद अपना की आना है, आ गया अपने कोल ऑप्शन नंबर ओ पी क्यू आ गया अपने को। ओ तो बाद क्यू आ रहा है, ओ तो बाद क्यू किधर च है, लो भाई अपना आंसर पहला ही रेडी है। आपको बाकी करन दी भी लोड़ नहीं है, टाइम मैनेजमेंट होंदा है इहदे नाल, क्योंकि तुसीं स्टार्टिंग लाइन दा स्टार्टिंग फेज देखोगे, उहदे नाल तुहानूं आंसर्स लभ रहे हैं। ठीक है, दैट इज द वे यू हैव टू डू। तुहाडे कोल की आ जांदा है, रीफॉरेस्टेशन एफर्ट्स विच इंप्रूव, इहदे विच की आ गया, रीफॉरेस्टेशन एफर्ट्स। फिर तुहाडे कोल आ गया क्यू ऑप्शन, अगर आप जो चेक भी कर लैंदे आ, आर क्रूशियल फॉर कंबैटिंग क्लाइमेट चेंज as they increase forest cover, which improves air and water quality, ਤੇ ਨਾਲ ਲਾਸਟ ਆ ਗਿਆ and reduces carbon dioxide levels in the atmosphere। ਤਾਂ ਤੁਹਾਡੇ ਕੋਲ ਡੀ ਆਪਸ਼ਨ ਦਾ ਡਨ ਹੋ ਗਿਆ, ਡੀ ਇਜ਼ ਦਾ ਰਾਈਟ ਆਂਸਰ ਫॉर इट। 8 ਤੁਹਾਡਾ ਹੋ ਗਿਆ। ਨੈਕਸਟ ਕਰਦੇ ਆ ਆਪਾਂ 9th ਆ ਜਾਂਦਾ ਹੈ। ਦੇਖੋ ਆ ਮੈਂ ਤੁਹਾਨੂੰ ਨਾ 101 ਰੂਲਸ ਦੀ ਜਿਹੜੀ ਪੀਡੀਐਫ ਤੁਹਾਨੂੰ ਮਿਲੀ ਹੋਏਗੀ, ਤੁਸੀਂ ਉਹਦੇ ਵਿੱਚ ਲਿਖਣਾ ਰੂਲ ਨੰਬਰ 190 ਤੋਂ 95 ਤੋਂ ਬਾਅਦ ਵਾਲੇ ਰੂਲਸ ਚ ਆਏਗਾ ਵਾਲਾ। ਜਦੋਂ ਵੀ ਤੁਹਾਡੇ ਕੋਲ ਕੋਈ ਸੈਂਟੈਂਸ ਆ ਜਾਂਦਾ ਹੈ, ਠੀਕ ਹੈ, they aren't suited to perform in such difficult climate, ਤੁਸੀਂ verb ਦੇਖਣਾ ਹੈ। ਜੇ ਉਹ not ਚ ਹੈ, ਪਿੱਛੇ positive ਚ क्वेश्चन आ जाएगा, are ਦੇ ਆ ਜਾਏਗਾ। ਜੇ क्वेश्चन ਚ negative नहीं है, positive है, ਤਾਂ क्वेश्चन ਕਿਹਦੇ ਚ ਆ ਜਾਏਗਾ, negative ਚ ਆ ਜਾਏਗਾ, मतलब ਉਲਟਾ ਹੋ ਜਾਏਗਾ। ਹੁਣ ਇਹਦੇ ਵਿੱਚ ਆਨਸਰ ਕੀ ਬਣ ਜਾਏਗਾ, are ਦੇ। ਤੁਸੀਂ it ਨੂੰ ਐਦਾਂ ਕਰਨਾ ਹੈ, it is raining, ਪਿੱਛੇ ਕੀ ਬਣ ਜਾਏਗਾ, isn't it, it is not raining, is it, मतलब आ रूल है तुहाडा। ते तुसीं जदों भी अपना पार्ट्स ऑफ स्पीच ग्रामर कंप्लीट कर लैंदे हो, उस तो बाद अपने रूल्स बहुत रिवाइज कर लिया करो चंगी तरह नाल। 100 रूल्स दे कोल आ जांदा है, तुहाडी हेल्प हो जाएगी, तुहानूं ईजिली असैस हो जाएगा। 10th आ जांदा है तुहाडे कोल कि तुसीं ਇਹਦੇ ਵਿੱਚ वन वर्ड सब्सटीट्यूशन करना है, प्रॉपर चेक करना है। आई एम नॉट बिलीव हिम, आई एम नॉट बिलीव नहीं होंदा है, इट इज आई डू नॉट बिलीव हिम। ਇਹਦੇ ਵਿੱਚ आई डू नॉट बिलीव, देखो ਜਿਹੜੇ वर्ड्स आ जाते, बिलीव आ जाता है, आ स्टैटिक वर्ब आ जाता है, ਇਹਦੇ ਨਾਲ ਤੁਹਾਡਾ डू डस लगेगा, नॉट लग जाएगा ਤੁਹਾਡਾ, ਤੇ ਇਹਦੇ ਵਿੱਚ ਤੁਹਾਡਾ सेम बेस वर्ब लगेगा, ਤਾਂ आई डू नॉट बिलीव हिम ਆ ਤੁਹਾਡਾ आंसर सही है। आई होप पेपर 2 भी थोड़ा हो गया, ईजी सीगा। 2 पेपर आप कर लिया, थोड़े जे पेपर्स होर पाए ने, तो आई होप तुहानूं एक एक क्वेश्चन क्लीयर हो रहा है, नाल नाल तुसीं कर पा रहे हो। 3rd तुहाडा आ जांदा PSPCL JEE, आ तुहाडा होया 16 जून 2025 नूं, ठीक है। पहला फिर तुहाडे कोल एंटोनिम आ जांदा है, मतलब तुसीं ओपोजिट लभना है वर्ड दा, जो कि आ जांदा है डिलीजेंट। देखो डिलीजेंट का मतलब की होंदा है, जिहड़ा बंदा बहुत मेहनती होंदा है, बहुत हार्ड वर्किंग होंदा है, उन्होंने आपां डिलीजेंट कहने आ। मतलब आपां एदा ओपोजिट लभना है, जिहड़ा कि मेहनत नहीं करता है, हार्ड वर्किंग नहीं हैगा, ठीक है। हुण ग्लूमी आ जाता है,
ਜਿਹੜਾ ਬੰਦਾ ਮੈਂ ਕਹਿੰਦੀ ਹਾਂ ਕਿ ਬਈ ਉਹ ਬੜਾ ਹੀ ਡਾਰਕ ਹੈ, ਬੜਾ ਹੀ ਨਾ ਪੈਸਿਮਿਸਟ ਹੈ, ਨੈਗੇਟਿਵ ਹੀ ਸੋਚਦਾ ਰਹਿੰਦਾ ਹੈ। ਕਈ ਬੰਦੇ ਜਿਹੜੇ ਸਵੇਰੇ ਉੱਠਦੇ ਆ ਨਾ, ਕਈ ਵਾਰ ਉਹ ਬਹੁਤ ਜ਼ਿਆਦਾ ਸੈਡਨੈਸ ਨਾਲ ਉੱਠਦੇ ਨੇ, ਤੁਸੀਂ ਪੁੱਛਦੇ ਹੋ ਤਾਂ ਇੰਨਾ ਗਲੂਮੀ ਕਿਉਂ ਲੱਗ ਰਿਹਾ, ਮਤਲਬ ਸੈਡ ਕਿਉਂ ਲੱਗ ਰਿਹਾ, ਇੰਨਾ ਬੁਰੀ ਕੰਡੀਸ਼ਨ 'ਚ ਕਿਉਂ ਲੱਗ ਰਿਹਾ, ਉਹਨੂੰ ਗਲੂਮੀ ਕਹਿ ਦਿੰਦੇ ਆ, ਪੈਸਿਮਿਸਟ ਕਹਿ ਦਿੰਦੇ ਆ ਤੁਸੀਂ ਉਹਨੂੰ। ਫਰੈਂਡਲੀ ਹੁੰਦਾ ਹੈ, ਜਿਹੜਾ ਤੁਹਾਡੇ ਨਾਲ ਬਹੁਤ ਅੱਛੀ ਸੋਸ਼ਲ ਹੁੰਦਾ ਹੈ, ਦੋਸਤ ਵਧੀਆ ਤਰ੍ਹਾਂ ਬਣ ਜਾਂਦਾ ਹੈ, ਉਹਦੀ ਨੇਚਰ ਹੈ ਉਹ ਫਰੈਂਡਲੀ ਆ ਗਿਆ। ਹੁਣ ਦੇਖੋ ਇਹਦਾ ਵਰਡ ਤਾਂ ਨੈਗੇਟਿਵ ਹੀ ਆਏਗਾ, ਲੇਕਿਨ ਆ ਮੈਚ ਨਹੀਂ ਕਰ ਰਿਹਾ ਇਹਦੇ ਨਾਲ, ਡਿਲੀਜੈਂਟ ਤੇ ਗਲੂਮੀ ਨਹੀਂ ਮੈਚ ਕਰ ਰਿਹਾ ਆਪਸ 'ਚ। ਫਿਰ ਕੀ ਕਰ ਰਿਹਾ ਆਪਣਾ ਸਟੇਲ, ਤੁਹਾਨੂੰ ਪਤਾ ਜਿਹੜੀ ਚੀਜ਼ ਕੀ ਹੋ ਜਾਂਦੀ ਹੈ, ਫਰੈਸ਼ ਨਹੀਂ ਰਹਿੰਦੀ ਹੈ, ਖਰਾਬ ਹੋ ਜਾਂਦਾ ਹੈ। ਕੋਈ ਫਰੂਟਸ ਆ ਗਏ, ਵੈਜੀਟੇਬਲਸ ਆ ਗਏ, ਆ ਤੁਸੀਂ ਕਹਿ ਦਿੰਦੇ ਹੋ ਸਟੇਲ ਹੋ ਗਿਆ, ਮਤਲਬ ਖਰਾਬ ਹੋ ਗਿਆ, ਐਕਸਪਾਇਰ ਹੋ ਗਿਆ। ਤੇ ਲੇਜ਼ੀ ਕੀ ਆ ਜਾਂਦਾ ਹੈ, ਜਿਹੜਾ ਕਿ ਕੰਮ ਕਰਕੇ ਰਾਜ਼ੀ ਨਹੀਂ ਹੈ। ਤਾਂ ਡਿਲੀਜੈਂਟ ਦਾ ਆਪੋਜ਼ਿਟ ਕੀ ਆ ਜਾਏਗਾ, ਡਿਲੀਜੈਂਟ ਹੋ ਗਿਆ ਹਾਰਡ ਵਰਕਿੰਗ, ਲੇਜ਼ੀ ਹੋ ਗਿਆ ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ। ਤਾਂ ਆਪੋਜ਼ਿਟ ਤੁਹਾਡੇ ਕੋਲ ਕੀ ਆ ਗਿਆ, ਆਪਸ਼ਨ ਨੰਬਰ ਡੀ ਤੁਹਾਡਾ ਸਹੀ ਹੈ, ਰਾਈਟ। ਇਸ ਤੋਂ ਬਾਅਦ ਆ ਜਾਂਦਾ ਸੈਕਿੰਡ ਆ ਗਿਆ ਤੁਹਾਡੇ ਕੋਲ, ਫਿਲ ਇਨ ਦਾ ਬਲੈਂਕ ਕਰਨਾ ਹੈ। Delicate snowflakes fell onto the ground, creating a dash blanket over the sterile landscape। ਹੁਣ ਜਦੋਂ ਲੈਂਡ ਦੇਖੋ ਕੋਲਡ ਗਰਾਊਂਡ ਦੇ ਉੱਤੇ ਡੈਲੀਗੇਟ ਸਨੋਫਲੇਕਸ ਪੈ ਜਾਣਗੇ ਤਾਂ ਕਿਵੇਂ ਦਾ ਲੱਗੇਗਾ ਤੁਹਾਨੂੰ, ਕਿਵੇਂ ਦਾ ਬਲੈਂਕਟ ਲੱਗੇਗਾ, ਠੀਕ ਹੈ। ਹੁਣ ਤੈਨੂੰ ਆਬਵੀਅਸਲੀ ਰੈਡੋਲੈਂਟ ਦਾ ਮਤਲਬ ਕੀ ਹੁੰਦਾ ਹੈ, ਕਿਸੇ ਚੀਜ਼ ਦੀ ਬਹੁਤ ਸਟਰੋਂਗ ਜੀ ਸਮੈਲ ਆਉਂਦੀ ਹੈ ਨਾ, ਉਹਨੂੰ ਆਪਾਂ ਰੈਡੋਲੈਂਟ ਕਹਿ ਦਿੰਦੇ ਆ, ਠੀਕ ਹੈ। ਫਿਰ ਡੈਫੀਸ਼ੀਐਂਟ ਕਿਹਨੂੰ ਕਹਿੰਦੇ ਆ, ਡੈਫੀਸ਼ੀਐਂਟ ਕਹਿੰਦੇ ਆ ਜਦੋਂ ਕੋਈ ਚੀਜ਼ ਹੈ ਜਿਹੜੀ ਖਰਾਬ ਹੈ, ਆਰਡਰ 'ਚ ਨਹੀਂ ਹੈਗੀ ਹੈ, ਆਰਗੇਨਾਈਜ਼ ਨਹੀਂ ਹੈਗੀ ਹੈ, ਆ ਤੁਹਾਡਾ ਨੈਗੇਟਿਵ ਟਰਮ ਆ ਗਿਆ। ਤੇ ਨਾ ਤਾਂ ਦੇਖੋ ਸਮੈਲਿੰਗ ਵਾਲਾ ਆ ਗਿਆ, ਨਾ ਹੀ ਤੁਹਾਡਾ ਖਰਾਬ ਆ ਗਿਆ। ਡਿਸਆਰਡਰਲੀ ਹੋ ਸਕਦਾ ਹੈ, ਹੋ ਸਕਦਾ ਡਿਸਆਰਡਰਲੀ, ਜੇ ਮੈਂ ਕਹਾਂ ਕਿ ਦੇਖੋ ਡੈਫੀਸ਼ੀਐਂਟ ਵੀ ਹੋ ਗਿਆ, ਕਮੀ ਹੋ ਗਿਆ, ਡਿਸਆਰਡਰਲੀ ਵੀ ਹੋ ਗਿਆ, ਆਰਗੇਨਾਈਜ਼ ਨਹੀਂ ਹੋ ਗਿਆ। ਤੇ ਪ੍ਰਿਸਟੀਨ ਹੋ ਜਾਂਦਾ ਹੈ, ਕੋਈ ਚੀਜ਼ ਹੈ ਜੋ ਕਿ ਬਿਲਕੁਲ ਹੀ ਤੁਸੀਂ ਕਹਿੰਦੇ ਹੋ ਸਟੋਨ ਕਵਰ ਹੋ ਜਾਏਗੀ, ਉਹ ਪ੍ਰਿਸਟੀਨ ਹੀ ਲੱਗੇਗੀ ਕਿਉਂਕਿ ਫਰੈਸ਼ ਆ ਜਾਂਦੀ, ਕਲੀਨ ਆ ਜਾਂਦੀ ਹੈ। ਤੁਸੀਂ ਕਿਸੇ 'ਚ ਜਾਂਦੇ ਨਾ ਬਿਲਕੁਲ ਹੀ ਕਲੀਨ ਲੁੱਕ ਲੱਗਦੀ ਹੈ। ਤੁਸੀਂ ਜਾਓ ਕਸ਼ਮੀਰ ਜਾਓ, ਜਦੋਂ ਪ੍ਰੋਪਰ ਸਨੋ ਵਾਲਾ ਸੀਜ਼ਨ ਆ ਜਾਂਦਾ, ਤੁਸੀਂ ਦੇਖਦੇ ਹੋ ਵਾਹ ਯਾਰ ਸਾਰਾ ਕਿਤੇ ਸਨੋ ਇਕੁਅਲੀ ਡਿਸਟ੍ਰੀਬਿਊਟਡ ਆ ਜਾਂਦੀ ਹੈ, ਬੜਾ ਹੀ ਕਲੀਨ ਜਿਹਾ ਅੱਛਾ ਲੱਗਦਾ ਤੁਹਾਨੂੰ। ਤਾਂ ਪ੍ਰਿਸਟੀਨ ਇੱਕ ਬੜਾ ਮੈਜੀਕਲ ਵਰਡ ਆ ਜਾਂਦਾ ਹੈ। ਬਾਕੀ ਤਿੰਨੋਂ ਵਰਡਸ ਆਉਂਦੇ ਨੇ ਜਿਹੜੇ ਆ ਸਮੈਲਸ ਲਈ ਆ ਗਿਆ, ਆ ਵੀ ਅਰੇਂਜਮੈਂਟਸ ਲਈ ਆ ਗਿਆ, ਵੀ ਡੈਫੀਸ਼ੀਐਂਟ ਕਮੀ ਲਈ ਆ ਗਿਆ, ਕੋਈ ਚੀਜ਼ ਦੀ ਕਮੀ ਹੈ, ਅਰੇਂਜਮੈਂਟਸ ਨਹੀਂ ਹੈ, ਪ੍ਰੋਪਰ ਨਹੀਂ ਹੈ, ਆ ਉਹਦੇ 'ਚ ਆ ਗਿਆ। ਤਾਂ ਤਿੰਨੋਂ ਵਰਡਸ ਨਹੀਂ ਆਣਗੇ, ਤੁਹਾਡਾ ਆਨਸਰ ਕੀ ਆ ਜਾਏਗਾ, ਪ੍ਰਿਸਟੀਨ ਕੀ ਆ ਜਾਏਗਾ, ਕਲੀਨ ਆ ਜਾਂਦਾ ਹੈ, ਬਹੁਤ ਅੱਛੀ ਤਰ੍ਹਾਂ ਚੀਜ਼ਾਂ ਸਾਫ਼ ਸੁਥਰੀਆਂ ਲੱਗ ਰਹੀਆਂ ਨੇ। अगला आ जाता है कोल, सिलेक्ट द मोस्ट एप्रोप्रिएट ऑप्शन दैट कैन बी सब्स्टिट्यूट द हाइलाइटेड वर्ड टू रेक्टिफाई द गिवन सेंटेंस। अच्छा, इट इज अलोंग हिज नेचर टू बी फ्रेंडली टुवर्ड्स एवरीवन। अलोंग हिज नेचर हुंदा है अपने कोल, आ तो सेंटेंस बोलन लगी नहीं ठीक लग रहा। देखो जब तुसी आ जांदा है, एक कोट है, एक फ्रेज आ जाती है, वो आ जाती है अगेंस्ट वंस नेचर। ਉਹਦੀ नेचर के खिलाफ है कि वो सब नाल वधिया रहे, वो तो है ही बंदा बड़ा रूड। तो तुसी की कहोगे, इट इज अलोंग नहीं आएगा, इंस्पाइट होंदा जो तुसी छेड़ जा देंदे हो। एक्सेप्ट भी हो गया, कोई चीज़ की कमी, एक्सेप्ट यू सारे जाने एंटर कर लो, एक्सेप्ट ਉਹਦੇ ਵਿੱਚ हो गया। अगेंस्ट होंदा है, अगेंस्ट वंस नेचर फ्रेज भी है। डिस्पाइट इनस्पाइट आ तुसी यूज करते हो जब तुसी दे अगेंस्ट मतलब किसी ਨੂੰ ਕੱਢਣਾ ਹੋਵੇ उस चीज़ 'ਚ। तो ਤੁਹਾਡਾ राइट आंसर की बन जाता है, अगेंस्ट बन जाता है, इंपॉर्टेंट सीगा, ठीक है। अगला फिर तुहाडे कोल की आ गया, जंबल सेंटेंसेस है। उसी तरह अपने कोल देखो, हेल्थ इज वेल्थ, अपने कोल अरेंज्ड है, पहला आ जाता है। उस तो बाद वाले आप सारे दे सारे की करने हैं, अरेंज करने हैं। की आंसर आ सकते हैं। हुण आप पहला करना है हेल्थ इज वेल्थ, मतलब मेन चीज़ की गल हो चुकी है। हुण इनू कौन दस रहा है इहदे बारे, हेल्थ बारे कित्थे रिपीट हो रहा है। इट इज एसेंशियल फॉर मेंटेनिंग गुड हेल्थ, हेल्थ इज वेल्थ, इट इज एसेंशियल, आ तो नहीं होएगा। की एसेंशियल आ दस्या नहीं आपां नूं। ड्रिंकिंग वाटर इज क्रूशियल, हाँ ड्रिंकिंग वाले गल आ गई, या इंपॉर्टेंट बन सकता है अपना। उस तो बाद फर्दर मोर कभी भी स्टार्ट नहीं होगा, फर्दर मोर होंदा जिवें एडिशनली आपां कीता सी ना हुणे कि वो चीज़ पहला होर चीज़ें ऐड करता रहेगा, फर्दर मोर भी नहीं आ सकता। इट हेल्प्स टू कीप बॉडी हाइड्रेटेड एंड रेगुलेट्स टेम्परेचर। तो बई ड्रिंकिंग तो स्टार्ट हो जाएगा, 2 तो अपना आंसर स्टार्ट हो रहा है। उस तो बाद क्या आ रहा है, ड्रिंकिंग वाटर इज क्रूशियल। हुण उस तो बाद आ जाता है, इट हेल्प्स टू कीप बॉडी हाइड्रेटेड, आ भी बन सकता है। इट इज़ असेंशियल फॉर मेंटेनिंग गुड हेल्थ भी बन सकता है। देखो आपा तुसी हुण डाउट आएगा कि आपा आ क्यों नहीं कर रहे, आपा आ क्यों कर रहे हैं, क्योंकि ਇਹਦੇ ਵਿੱਚ ਆਪਾਂ गुड हेल्थ, क्योंकि आ दोनों बेनिफिट्स इकट्ठे होने चाहिए हैं। जो मैं किसी चीज़ के फायदे गिनावांगी, मैं 1 2 3 4 एवें ऐड कर दी जाऊँगी, कला पहले 2 बेनिफिट्स नहीं दसूँगी ना, तां करके आप कहने तो आ चीज़ा एड ऑन च जाएगियाँ। थर्ड और फोर्थ जो आ जाएगा इकट्ठा आ जाएगा, थर्ड लास्ट से आ जाएगा, फोर्थ पहला आ जाएगा, उस तो बाद 2 1 4 3 तुहाडा आंसर आ जाएगा। दैट इज द राइट थीम। फिफ्थ आ जाता तुहाडे कोल, हुण सिलेक्ट द मोस्ट एप्रोप्रिएट ऑप्शन दैट कैन सब्स्टिट्यूट द हाईलाइटेड वर्ड टू रेक्टिफाई द सेंटेंस। अनलेस बीइंग सिक शी वेंट टू द एग्जामिनेशन।
ਭਾਵੇਂ ਉਹ ਸਿੱਖ ਸੀਗੀ ਫਿਰ ਵੀ ਉਹ ਐਗਜ਼ਾਮੀਨੇਸ਼ਨ ਵਿੱਚ ਗਈ। ਤਾਂ ਜਿਹੜਾ ਭਾਵੇਂ ਵਾਲਾ ਵਰਡ ਆ ਜਾਂਦਾ ਹੈ ਉਹ ਕੀ ਆ ਜਾਏਗਾ ਤੁਹਾਡੇ ਕੋਲ, ਡਿਸਪਾਈਟ ਆ ਜਾਂਦਾ। ਮੈਂ ਤੁਹਾਨੂੰ ਦੱਸਿਆ ਨਾ, ਇਨ ਸਪਾਈਟ ਉਹਦੇ ਖਿਲਾਫ, ਉਹਦੀ ਚੀਜ਼ ਨੂੰ ਉਹਨੂੰ ਛੱਡ ਕੇ ਵੀ, ਤਾਂ ਡਿਸਪਾਈਟ ਤੁਹਾਡਾ ਰਾਈਟ ਆਨਸਰ ਹੈ ਇਹਦੇ ਵਿੱਚ। ਬਿਕੋਜ਼ ਰੀਜ਼ਨ ਆ ਜਾਂਦਾ ਹੈ ਬਾਏ, ਤੁਹਾਨੂੰ ਮੈਂ ਦੱਸਿਆ ਮਲਟੀਪਲ ਯੂਸੇਜ ਹੈ ਉਹਦੇ ਵਿੱਚ ਬਾਏ ਆਉਂਦਾ ਹੈ। ਵਾਈਲ ਹੁੰਦਾ ਹੈ ਜਦੋਂ ਤੁਸੀਂ ਕੰਟਰਾਸਟ ਪ੍ਰੈਜ਼ੈਂਟ ਕਰਦੇ ਹੋ, ਠੀਕ ਹੈ। ਵਾਈਲ ਤੁਹਾਡਾ ਹਮੇਸ਼ਾ ਕੰਟਰਾਸਟਿੰਗ ਵਰਡਸ ਆ ਜਾਂਦਾ ਹੈ, ਤਾਂ ਵਾਈਲ ਕਰੋ, ਵੈਨ ਕਰੋ, ਆ ਸਾਰੀ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਰਿਵਾਈਜ਼ ਕਰਨਾ, ਤਾਂ ਆਪਣੇ ਰੂਲਸ ਨੂੰ ਕਲੀਅਰ ਕਰਨਾ, ਡਿਸਪਾਈਟ ਆ ਜਾਏਗਾ। ਅਗਲਾ ਆ ਜਾਂਦਾ ਤੁਹਾਡੇ ਕੋਲ, ਤੁਸੀਂ ਅੱਛਾ ਇਹਨੂੰ ਚੈੱਕ ਕਰਨਾ ਹੈ, ਆ ਸੈਂਟੈਂਸ ਵਨ ਵਰਡ ਸਬਸਟੀਟਿਊਸ਼ਨ ਵਾਲਾ ਆ ਗਿਆ। ਅੱਛਾ, ਦ ਕਾਰਟ ਪੁਲਰ ਵਾਸ ਨਾਟ ਮੂਵਿੰਗ since the cart was overloaded। ਹੁਣ ਕਾਰਟ ਪੁੱਲਰ ਮੂਵ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਹ ਓਵਰਲੋਡਡ ਸੀਗਾ। ਹੁਣ ਓਵਰਲੋਡਡ ਸੀਗਾ ਤਾਂ ਪੋਟੈਂਸ਼ੀਅਲ ਆ ਗਿਆ। ਪੋਟੈਂਸ਼ੀਅਲ ਲਈ ਆਪਾਂ ਕੈਨ ਕੁਡ ਯੂਜ਼ ਕਰਦੇ ਸੀਗੇ। ਕੈਨ ਐਬਿਲਿਟੀ ਹੁੰਦਾ ਹੈ, ਮੈਂ ਬੋਲ ਸਕਦੀ ਹਾਂ, ਫ੍ਰੈਂਚ ਬੋਲ ਸਕਦੀ ਹਾਂ, ਪੰਜਾਬੀ ਬੋਲ ਸਕਦੀ ਹਾਂ, ਇੰਗਲਿਸ਼ ਬੋਲ ਸਕਦੀ ਹਾਂ, ਹਿੰਦੀ ਬੋਲ ਸਕਦੀ ਹਾਂ। ਆ ਮੇਰੀ ਪੋਟੈਂਸ਼ੀਅਲ ਹੈ, ਮੈਂ ਦੱਸਾਂਗੀ। ਕੈਨ, मैं की चीज़ नहीं कर सकती, आई कैन नॉट स्विम, आई कैन नॉट यू कैन से राइड अ साइकिल, मे बी एग्जाम्पल ਤੁਹਾਨੂੰ ਤਾਂ ਤੁਸੀਂ कैन नॉट ਤੁਸੀਂ ਆਪੇ ਦੱਸ ਦਿੰਦੇ ਹੋ। ਹੁਣ ਉਹ ਚੀਜ਼ ਨਹੀਂ ਕਰ ਪਾਇਆ, ਕੁਡ ਨॉट ਇਹਦਾ ਆਨਸਰ ਆ ਜਾਏਗਾ ਕਿਉਂਕਿ ਉਹਦੇ ਅੰਦਰ ਆ ਪੋਟੈਂਸ਼ੀਅਲ ਨਹੀਂ ਸੀਗਾ, ਆਪਸ਼ਨ ਏ ਆ ਜਾਏਗਾ। ਅਗਲਾ ਤੁਹਾਡਾ ਉਹੀ ਹੈ, ਕਨਵਰਜ਼ਨ ਕਰਨਾ ਹੈ ਤੁਸੀਂ। ਰੇਲਵੇ ਇਜ਼ ਅ ਪਬਲਿਕ ਪ੍ਰੋਪਰਟੀ, ਹੈਲਪ ਟੂ ਮੇਨਟੇਨ ਇਟ, ਠੀਕ ਹੈ। ਰੇਲ ਜਨ ਜਾਇਦਾਦ ਹੈ, ਇਸ ਦੀ ਸੰਭਾਲ ਦੀ ਕੋਸ਼ਿਸ਼ ਕਰੋ। ਰੇਲ ਲੋਕਾਂ ਦੀ ਜਾਇਦਾਦ ਹੈ, ऐसी संभाल करो। रेल जन संपत्ति है, ऐसी संभाल विच मदद करो। हेल्प आ गया ना, तो मदद दे विच ही वर्ड है। रेल जन संपत्ति ऐसी संभाल करनी चाहिए। देखो पंजाबी तो ज़्यादा बैटर आती होगी मेरे नालों, पर हेल्प वर्ड आ गया, संभाल वर्ड ये आ जाएगा, तो ऑप्शन नंबर सी थोड़ा राइट बन रहा है। बाकी जो वर्ड्स मिसिंग आ रहे हैं। अगला आ गया 8th, व्हाट डज द प्रोवर्ब ही हू हेजिटेट्स इज लॉस्ट मीन। मतलब ही हू हैजिटेट्स का मतलब की हो जाता है, ਇਹਦਾ मतलब ਹੁੰਦਾ है जो तुसी वार्निंग देंदे हो किसी ना नेगेटिव कॉन्सिक्वेंसेस दी, कि जो तुसी सही टाइम ते जल्दी एक्ट नहीं करते हो, जो ज़्यादातर रुकिया रहता ना ओदी वो चीज़ रुक जाती है। मतलब तुसी सोचो कि मैं तैयारी करनी है, तुसी हैजिटेट कर रहे हो, मैं क्वेश्चन पूछना चाहना, मैं पूछ नहीं पा रहा, पेपर आ गया उन्नी देर च थोड़ा खत्म हो गया, तो मतलब जिन्ना तुसी चीज़ नूं डिले करोगे वो चीज़ तुहाडे हत्थों निकल जाएगी, ठीक है। केयरफुल प्लानिंग प्रिवेंट्स मिस्टेक्स, प्लान करके मिस्टेक्स प्रिवेंट हो रही हैं, तो नहीं ये लिंक ही नहीं आ रहा। रिफ्लैक्शन रीड्स टू विजडम, पॉजिटिव आ जाता है। पेशेंस इज अ वर्च्यू, पेशेंस जो है वो तुहाडे लिए इंपॉर्टेंट आ जाती है, आ भी नहीं आएगा तुहाडा। डिलेइंग एक्शन ऑफ लीड्स टू फेलियर, बिल्कुल सही कि जिन्ना आपां एक्शन नूं, जिन्ना आपां चीज़ां नूं डिले करते रहांगे अल्टीमेटली आपां उत्थे तक नहीं पहुंच पावांगे। तो इहदा आंसर की आ गया, ऑप्शन नंबर डी आ गया तुहाडे कोल। आ भी हुण तुहाडा देखो क्रॉसिंग वही आ गया, अनुवाद करना। क्रॉसिंग द रेलवे ट्रैक इज प्रोहिबिटेड, रेल दी पटड़ी दा लंघना मना है। अच्छा, क्रॉस करना मना है, पटड़ी दा लंघना नहीं मना हैगा इत्थे। उस तो बाद तुहाडे कोल किहड़ा आ रहा है, रेल दी पटड़ी तो लंघना मना है। हाँ, आ बन सकदा तुहाडा, रेल दी पटड़ी ते थुकना मना है, सावधान अगे रेल पटड़ी है। तो बई बी आंसर ही सही बन रहा है, आ तुहाडा आंसर बी आ जाएगा इहदा। इस तो बाद फिर तुहाडे कोल जंबल सेंटेंसेस ने, इहदे विच भी हुण सेम तुसीं देखना, बिना आपां डिस्कस किते हाउएवर नहीं स्टार्ट च आ सकदा, आफ्टर मंथ्स नहीं आ सकदा। तुसीं इहदा चैक करना, प्रोजेक्ट वगैरह नाल ही किसी ना किसी नाल मिलिया होएगा। हुण आपां चैक नहीं किया, लेकिन आपां पहला नाउन आइडेंटिफाई किया जो कि मैनूं नाउन च द प्रोजेक्ट च लग रहा है, मैनूं लग रहा है 1 तो स्टार्ट होएगा, भावें हाले आपां कुछ भी नहीं पढ़िया। रीजन की आ जाता है, बाकी सब च दे, कौन दे, हाउएवर, आफ्टर मंथ्स आ नहीं सकता। तो 1 नाल कित्थे स्टार्ट हो रहा है, या तो ऑप्शन ए आएगा या ऑप्शन बी आएगा, इन्ना चो स्टार्ट होएगा। पढ़ लो इनू। द मल्टीनेशनल कंपनी वॉज एबल टू ग्रैब द न्यू प्रोजेक्ट फ्रॉम द कॉम्पिटिटर्स, ठीक है। मल्टीनेशनल कंपनी है, तो हुण देखो ये बारे प्रोजेक्ट बारे अगली लाइन से गल हो रहा है। द प्रोजेक्ट वॉज एम्बिशियस एंड रिक्वायर्ड सिग्निफिकेंट रिसोर्सेज, बिल्कुल सही है। उस तो बाद क्या आ रहा है, हुण सिग्निफिकेंट रिसोर्सेज आ जाते हैं। हाउएवर नहीं आ सकता, आफ्टर मंथ्स ऑफ हार्डवर्क भी नहीं आ सकता, 4 ही आएगा क्योंकि ये चैलेंजेस आए ये। उस बाद तुसीं चल रहे हो कि उन्होंने हार्डवर्क ना गोल कर लिया, हाउएवर एंडिंग आ गया तुहाडा, ਤਾਂ ਇਹਦੇ ਵਿੱਚ एंडिंग तो पहला आफ्टर मंथ्स भी है, पॉजिटिव भी आ रहा ਤੁਹਾਡੇ ਕੋਲ आंसर, ठीक है। ਤਾਂ ਪਹਿਲਾ ਤੁਹਾਡਾ 1 आ गया, एम्बिशंस एंड रिक्वायर्ड रिसोर्सेज दे फेस न्यूमरस चैलेंजेस। 1 4 पहले च ही है, मैनूं भावें वेरीफाई कर लो, फिर 2 ते 3 बनता ਤੁਹਾਡਾ, ठीक है।
1423 ਆ ਬਿਲਕੁਲ ਸਹੀ ਹੈ। ਤੁਸੀਂ ਪਹਿਲਾਂ ਸਿਰਫ ਤੁਸੀਂ ਆਪਣਾ ਇੰਨਾ ਕੋਈ ਤੇਜ਼ ਕਰ ਲਓ, ਆਪਣੀ ਸਪੀਡ ਕਰ ਲਓ ਕਿ ਤੁਸੀਂ ਫਟਾਫਟ ਨਾउन ਨੂੰ ਆਇਡੈਂਟੀਫਾਈ ਕਰੋ, ਫਿਰ ਤੁਸੀਂ ਉਹਦੇ ਬਾਰੇ ਕਿੱਥੇ ਗੱਲ ਕੀਤੀ ਗਈ ਹੈ। ਜਿਹੜੇ ਵਰਡਸ ਆ ਗਏ ਐਡੀਸ਼ਨ, ਹਾਵਰ ਜਾਂ ਕੋਈ ਪ੍ਰੋਨਾउन ਨਾਲ ਸਟਾਰਟ ਹੈ। ਹਾਂ ਜੇਕਰ ਕੋਈ ਨਾउन ਦਿੱਤਾ ਨਹੀਂ ਹੈ ਫਿਰ ਤੁਸੀਂ ਪ੍ਰੋਨਾउन ਬਿਲਕੁਲ ਸਟਾਰਟ 'ਚ ਲੈ ਕੇ ਜਾਓ, ਪਰ ਜੇ ਤੁਹਾਡੇ ਕੋਲ ਨਾउन ਦੀ ਆਪਸ਼ਨ ਹੈ ਤਾਂ ਫਿਰ ਆਬਵੀਅਸਲੀ ਨਾउन ਪਹਿਲਾਂ ਆਏਗਾ, ਪ੍ਰੋਨਾउन ਪਹਿਲਾਂ ਨਹੀਂ ਆਉਂਦਾ ਮੋਸਟ ਕੇਸਿਸ 'ਚ। ਹੁਣ 1% ਐਕਸੈਪਸ਼ਨ ਆ ਜਾਏ ਤਾਂ ਬਹੁਤ ਵੱਖਰੀ ਗੱਲ ਹੈ। ਅਗਲਾ ਪੇਪਰ ਹੈ ਤੁਹਾਡੇ ਕੋਲ ਆ ਜਾਂਦਾ 16 ਜੂਨ 2025 PSPCL ਦਾ। ਓਕੇ, ਹੁਣ ਫਿਰ ਈਡੀਅਮ ਦਿੱਤਾ ਗਿਆ ਆਪਾਂ ਨੂੰ। ਈਡੀਅਮ ਦਾ ਆਪਾਂ ਮਤਲਬ ਦੱਸਣਾ ਹੈ, ਗਿਵ ਅ ਕੋਲਡ ਸ਼ੋਲਡਰ। ਦੇਖੋ ਕੋਲਡ ਦਾ ਮਤਲਬ ਹੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਇਗਨੋਰ ਕਰ ਰਹੇ ਹੋ, ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਰਹੇ ਹੋ, ਉਹ ਤੁਹਾਡਾ ਕੋਲਡ ਵਿੱਚ ਹੀ ਮੰਨਿਆ ਜਾਏਗਾ। ਠੀਕ ਹੈ, ਹੁਣ ਤੁਸੀਂ ਟੂ ਬੀ ਐਕਸਟ੍ਰੀਮਲੀ ਕੌਸ਼ੀਅਸ, ਇਹਦਾ ਮਤਲਬ ਹੁੰਦਾ ਕਿਸੇ ਦੀ ਹੈਲਪ ਕਰਨਾ। ਟੂ ਐਕਟ ਰਿਊਡਲੀ ਟੂਵਰਡ ਸਮਵਨ, ਹਾਂ ਦੇਖੋ ਕੌਸ਼ੀਅਸ ਹੁੰਦਾ ਧਿਆਨ ਦੇਣਾ, ਫਨ ਮਤਲਬ ਮਜ਼ਾਕ ਉਡਾਣਾ, ਥਿੰਗਸ ਮਤਲਬ ਵਧੀਆ ਹੋ ਜਾਣਗੀਆਂ। ਇਹਦਾ ਆਨਸਰ ਕੀ ਆ ਗਿਆ? ਟੂ ਗੈਟ ਟੂ ਐਕਟ ਰਿਊਡਲੀ ਟੂਵਰਡ ਸਮਵਨ। ਜਦੋਂ ਤੁਸੀਂ ਕਿਸੇ ਨੂੰ ਕੋਲਡ ਸ਼ੋਲਡਰ ਦਿੰਦੇ ਹੋ ਮਤਲਬ ਤੁਸੀਂ ਵਧੀਆ ਤਰ੍ਹਾਂ ਐਕਟ ਨਹੀਂ ਕਰ ਰਹੇ ਹੋ। ਸੈਕੰਡ ਕੀ ਆ ਜਾਂਦਾ? ਐਂਟੋਨਿਮ ਮਤਲਬ ਉਲਟਾ ਲੱਭਣਾ ਆਪਾਂ, ਵਰਡ ਆ ਜਾਂਦਾ ਜਨਰਸ। ਜਨਰਸ ਹੁੰਦਾ ਜਿਹੜਾ ਸਭ ਦੀ ਹੈਲਪ ਕਰਦਾ ਹੈ, ਬਹੁਤ ਵਧੀਆ ਤਰ੍ਹਾਂ ਰਹਿੰਦਾ ਹੈ, ਉਹ ਜਨਰਸ ਹੈ ਬੰਦਾ, ਸਭ ਦੀ ਦੇਖ ਰੇਖ ਕਰਨ ਵਾਲਾ ਬੰਦਾ ਹੈ। ਓਪੋਜ਼ਿਟ ਕੀ ਆ ਜਾਂਦਾ ਇਹਦਾ? ਮਤਲਬ ਸਟਿੰਜੀ, ਜੋ ਪੈਸੇ ਖਰਚ ਕੇ ਰਾਜ਼ੀ ਨਹੀਂ ਹੈ, ਮਾਈਜ਼ਰ ਹੈ, ਕੰਜੂਸ ਹੈ, ਉਹਨੂੰ ਆਪਾਂ ਸਟਿੰਜੀ ਕਹਿ ਦਿੰਦੇ ਆ। ਕਾइंड ਹੈ ਜਿਹੜੀ ਸਭ ਦੀ ਹੈਲਪ ਕਰਦਾ ਹੈ। ਸੈਲਫਲੈਸ ਹੈ ਜਿਹਦੇ ਚ ਕੋਈ ਵੀ ਐਟੀਟਿਊਡ ਨਹੀਂ ਹੈ, ਕੋਈ ਮੀਨ ਨਹੀਂ ਹੈ। ਲੈਵਿਸ਼ ਹੈ ਬਹੁਤ ਖੁੱਲਾ, ਜਿਵੇਂ ਲਗਜ਼ਰੀ ਆ ਜਾਂਦਾ, ਲੈਵਿਸ਼ ਆ ਜਾਂਦਾ ਹੈ। ਤਾਂ ਜਨਰਸ ਦਾ ਆਪੋਜ਼ਿਟ ਸਟਿੰਜੀ ਆ ਜਾਂਦਾ, ਜਿਹਨੂੰ ਆਪਾਂ ਮਾਈਜ਼ਰ ਵੀ ਕਹਿ ਦਿੰਦੇ ਆ। ਜਿਹੜਾ ਕੰਜੂਸ ਬੋਲਦੇ ਹਾਂ ਉਹਨੂੰ ਹੀ ਆਪਾਂ ਸਟਿੰਜੀ ਤੇ ਮਾਈਜ਼ਰ ਕਹਿੰਦੇ ਆ। थर्ड आ जाता है अपने को फिर तो जंबल्ड सेंटेंसेस ने। जंबल्ड सेंटेंसेस तो फिर देखो पहला तुहाडे कोल फिक्स आ जाता है जंबल्ड विच, वही आपां सॉल्व करते हैं। पहला पोलर बियर्स आर वाइट, नॉर्दर्न बियर्स आर इन आर्टिक रीजन्स। ठीक है, हुण इहदे विच की आ गया, गल किहदे विच होएगी तुहाडे कोल? पोलर बियर्स वगैरह दी। हुण इहदे विच देखो आर्टिक रीजन च आ जाते ने। साइंटिस्ट है, दिस लॉस ऑफ हैबिटेट एज द आइस मेल्ट्स प्राइमरी कंसर्न। हुण तुहानूं किहड़ी चीज़ सिखाई गई है? तो सब तो पहला नाउन आइडेंटिफाई करना है। नाउन तुहाडे कोल पहला साइंटिस्ट ही आ रहा, होर किसी च नहीं आ रहा। ए या डी च तुहाडा आंसर आ जाएगा। ठीक है, सेम पोलर बियर्स आर वाइट, नॉर्दर्न बियर्स फाउंड इन नॉर्दर्न आर्किटेक्चर, साइंटिस्ट हैव बीन स्टडिंग द इफेक्ट्स ऑफ क्लाइमेट चेंज, क्योंकि इहदे च पोलर बियर्स की गल भी आ गई। ठीक है, ऑन पोलर बियर पॉपुलेशंस आ गया। उस तो बाद तुहाडे कोल आ गया दिस लॉस। ਇਹਦੇ ਵਿੱਚ लॉस ਦਾ ਪਹਿਲਾਂ ਕੋਈ ਮੈਂਸ਼ਨ ਨਹੀਂ ਹੈ, टू नहीं आ सकता। As the ice melts, polar bears are forced to move greater distances. The primary concern is lepist loss of sea ice in Arctic oceans. प्राइमरी देखो पहला आ जाएगा, सब तो पहला तुसीं दस्सिया कि स्टडी कर रहे हैं, ਉਹਦੇ ਵਿੱਚ किस चीज़ बारे पढ़ रहे हैं। फिर आ जाएगा ਤੁਹਾਡਾ आइस मेल्ट तो करते हैं तो आ हैबिटेट लॉस हो रहा है, क्योंकि वो मूव करते हैं, हैबिटेट लॉस हो रहा है। तो 3 ते 2 इकट्ठा जाएगा, बच्चा की 1 ते 4 आ जाएगा। ऑप्शन ए ਤੁਹਾਡਾ आंसर आ गया। लिंक करया करो, चीज़ा कॉमन च लभ्या करो, जिन्ने ज़्यादा क्वेश्चन एवं लभी जाओगे करी जाओगे तो कंसैप्ट क्लैरिटी होएगा। मैथ्स वांगू है, जिन्ने क्वेश्चन करांगे उन्ना वधिया तरह तुहाडे आंसर्स हैंडल हो जाएंगे। ही लिव्स इन मुंबई, वो मुंबई विच रहिंदी है, वो मुंबई विच रहिंदा है, वो मुंबई विच रहिंदा सी, मैं मुंबई विच रहिंदा हाँ। तो बई ही लिव्स है सिंपल प्रेजेंट है, ही लिव्स इन मुंबई, वो मुंबई विच रहिंदा है, ना कि रहिंदा सी, ना ही रहिंदी आ जाएगा, ही है तो रहिंदा आ गया। बी ऑप्शन सही है। अगला आ जाता तुहाडे कोल, सिलेक्ट द मोस्ट एप्रोप्रिएट ऑप्शन टू फिल इन द ब्लैंक। हु इज डैश टीचर इन योर स्कूल। जो तुसीं स्कूल से टीचर जो पूछते हो ना, मतलब तुहाडा की आ जाएगा कंपैरिजन, पॉजिटिव डिग्री, कंपैरेटिव डिग्री, सुपरलेटिव डिग्री। तुहाडी डिग्री किहड़ी यूज हो जाएगी? सुपरलेटिव डिग्री यूज हो जाएगी। किहड़ा आ जाएगा? हु इज द मोस्ट फेमस टीचर इन योर स्कूल, क्योंकि तुसीं डिग्री लै रहे हो, सारे दे सारे टीचर्स दे विच आ जांदा है, तो तुहाडा की आंसर आ गया? द मोस्ट फेमस आ गया तुहाडे कोल आंसर। ठीक है, अगला आ गया तुहाडे कोल 6 ऑप्शन लभना है, कोई आर्टिकल्स के बेसिस से है। आर्टिकल्स 3 ही तरह के होंगे तुहाडे कोल, ए एंड ते द, उहदे बेसिस से ही तुसीं आंसर नूं आइडेंटिफाई करना है। दे नीड डैश स्ट्रैटेजी टू इंप्रूव देयर मार्केटिंग। उन्होंने एक स्ट्रैटेजी की लोड़ है, दे नीड अ स्ट्रैटेजी टू इंप्रूव देयर मार्केटिंग एंड गेन डैश एज ओवर कंपिटिटर्स। एज है अ आ जाता है साउंड, एंड गेन एन एज ओवर द मार्केटिंग कंपिटिटर्स। तो ऑप्शन क्या आ गया? बी आ गया। 7th आ रहा है, select the most appropriate superlative adjectives to fill in the blanks. Shillong is one of dash cities in India. One of उन्होंने cities है, superlative degree आ जाएगा। one of the most beautiful cities in India आ जाएगा ਤੁਹਾਡਾ। ठीक है, one of the most beautiful cities, 7 the B आ गया। Rita liking roller coasters। नहीं, ਜਿਹੜੀ ਚੀਜ਼ਾਂ ਆਪਾਂ ਇੱਕ
पसंद अपनी, हैबिट्स अपनी, यूनिवर्सल ट्रुथ्स अपने आप सिंपल प्रेजेंट च प्रेजेंट करते हैं। रीटा लाइक्स रोलर कोस्टर या कोई भी चीज़ आ जाएगी तो सिंपल प्रेजेंट आ जाएगा। अगला तुहाडे कोल फिर जंबल सेंटेंसेस आ जाते हैं। 9 तुहाडे कोल आ गया, जंबल तुहाडे कोल फॉर्म है इहदे विच। फिर तुसीं देखो बिलीव इट और नॉट, की बिलीव इट और नॉट हुण तुसीं पहला चैक करना है। फिर तो टू बी अ न्यूज़ रीडर, द हिंदी इंडस्ट्री वाला पहला आ जाएगा। की चीज़ तुहानूं पहला लग रही है? आई होप तुहानूं आंसर बिल्कुल क्लीयर है। ਹੁਣ ਉਹੀ ਦੇਖੋ ਆਪਸ਼ਨ ਕਿਹੜਾ ਤੁਹਾਡਾ ਬਣ ਰਿਹਾ ਇਹਦੇ ਵਿੱਚ। ਤੁਸੀਂ ਅਗਰ ਇੱਕ ਇੱਕ ਚੀਜ਼ ਨੂੰ ਆਇਡੈਂਟੀਫਾਈ ਕਰੋਗੇ, ਬਿਲੀਵ ਇਟ ਔਰ ਨਾਟ, ਹੁਣ ਤੁਹਾਡੇ ਕੋਲ 4 ਆਪਸ਼ਨਸ ਆ ਜਾਂਦੇ ਆ। ਟੂ ਬੀ ਅ ਨਿਊਜ਼ ਰੀਡਰ, ਦ ਹਿੰਦੀ ਫਿਲਮ ਇੰਡਸਟਰੀ ਫੇਮਸ ਐਕਟਰੈਸ, ਵਾਸ ਵਨਸ ਡਿਸਮਿਸਡ ਔਨ ਆਲ ਇੰਡੀਆ ਰੇਡੀਓ ਆ ਗਿਆ ਤੁਹਾਡੇ ਕੋਲ। ਠੀਕ ਹੈ, ਤਾਂ ਜਿਹੜਾ ਤੁਹਾਡੇ ਕੋਲ ਕੁਐਸਚਨ ਦਾ ਆਨਸਰ ਆ ਜਾਏਗਾ ਇਹਦੇ ਵਿੱਚ ਤੁਹਾਡਾ ਬਣਦਾ ਹੈ, ਪਹਿਲਾਂ ਆਪਾਂ ਨਾउन ਲੱਭਦੇ ਆ। ਅਗਰ ਠੀਕ ਹੈ, ਅਗਰ ਆਪਾਂ ਨਾउन ਨੂੰ ਲੱਭਦੇ ਆ ਤਾਂ ਆਪਣਾ ਪਹਿਲਾਂ ਬਣ ਜਾਏਗਾ हिंदी फिल्म इंडस्ट्री बनता पे ना अपना सब्जेक्ट। देखो होर तो किसी टू बी आ गया, वॉज आ गया, ऑन आ गया, द हिंदी फिल्म इंडस्ट्री। तो मैं पहला बी लैके आवांगी, बी ही एक च आ जाता है। ऑप्शन ही तुहाडे कोल सीरियसली क्लीयर हो जाता है। तुसीं बस पहला चेक करना नाउन किहदे च। आपां इन्ने बारी क्वेश्चंस करते हैं, हर एक च सेम फ्रेम ही रिपीट हो रहा है, कुछ एक्स्ट्रा नहीं है। तो आ जाता है बिलीव इट और नॉट, द हिंदी फिल्म इंडस्ट्री इज फेमस इन एक्ट्रेस। फिर इहदे विच वॉज वंस डिसमिस्ड, टू बी अ न्यूज़ रीडर ऑन ऑल इंडिया रेडियो, बिल्कुल सही, सी ऑप्शन दा आ गया। अगला आ जाता है अपने को अंग्रेजी शब्द कुलीग विच सही अनुवाद करना चाहिए, टक्कर, सहकर्मी, सुमेल ते असामी। आ तुहाडे कोल बन जाएगा सहकर्मी, तुहाडा आंसर आ गया, बिल्कुल सही है। अगला आ जाता तुहाडे कोल, अगला पेपर है तुहाडे कोल PSTCL दा। हुण फिर तो तुसीं हुण इहदे च तुहानूं 4 सेंटेंसेस दित्ते गए हैं, तुसीं करैक्ट चूज करना है ग्रामर के बेसिस से। पहला तुहाडा नाउन आवे, फिर वर्ब आवे, फिर तुहाडा ऑब्जेक्ट आवे। दे हैड कंप्लीट द प्रोजेक्ट ऑन टाइम, नहीं बई हैड नाल तां कंप्लीटेड आना चाहिए। दे हैज़ कंप्लीटेड, दे नाल हैज़ नहीं आ सकता। दे विल कंप्लीटेड, नहीं दे विल कंप्लीट होंदा। दे हैव कंप्लीटेड, बिल्कुल सही, हैज़ हैव नाल वर्ब दी थर्ड फॉर्म लगती है, तो की आ जाएगा दे हैव कंप्लीटेड। अगला आ जाता है तुहाडे कोल पार्ट ऑफ सेंटेंस हैज बीन फिक्स्ड एंड 4 वर्ड्स आर टू बी। ठीक है, बाकी चीज़ों को अरेंज करना है। हुण स्टार्टिंग है सोशल मीडिया वैबसाइट्स सच एज, किवें किवें दी वैबसाइट्स आ जाती है अपने कोल। हुण ओही चीज़ है, पहला तुसीं फाइंड करना आ जाता है जिहदे विच इंट्रोडक्शन होवे। इहदे विच फेसबुक भी आ गई है, क्रिएटिंग नहीं आ सकता, लाउड नहीं आ सकता, माई स्पेस भी आ गया। इन्हां दोवां चों एक चीज़ बनेगी, आपां चेक करनी है। सोशल मीडिया वैबसाइट सच एज फेसबुक विच वॉज फाउंडेड जस्ट अ ईयर लेटर, बनती पी है सेंस। लेकिन ईयर लेटर किस तो आ जाएगा? माई स्पेस इंट्रोड्यूस इन 2003 एंड 75 DD 7588 है ना, ऐदा। तो फेसबुक विच वॉज फाउंडेड जस्ट अ ईयर लेटर, बन रही है सेंस है ना। अलाउड यूजर्स टू कनेक्ट पीपल अराउंड द वर्ल्ड, क्रिएटिंग नेटवर्क्स ऑफ वास्टली ग्रुप्स। तो पहला डी आएगा, फिर ए आएगा, क्योंकि ये आ चीज़ आ गई फाउंडेड जस्ट अ ईयर लेटर। कि ईयर तो पहला माई स्पेस ईयर आ जाते, उस तो बाद आप नैक्सट से गल कर रहे हैं। तो यदा आंसर की बन रहा, डी तो बाद ए बन रहा, डी तो बाद ए, डी तो बाद ए, डी तो बाद ए। उस तो बाद आप दसिया है अलाउड यूजर्स टू करेक्ट क्रिएटिंग दिस, सी ते बी आ गया, डी ए सी बी। आंसर है थोड़ा ए ऑप्शन, थोड़ा आंसर आ गया। थर्ड आ जाता थोड़े कोल सिलेक्ट द एप्रोप्रिएट ऑप्शन दैट कैन सब्सटीट्यूट अ प्रैक्टिस ऑफ हैविंग सेवरल वाइज। भाई या तो तुहानूं भी पता होगा सेवरल वाइज वाली प्रैक्टिस वाली केड़ी आ जाती है थोड़े कोल, आ गया थोड़े कोल पॉली च जाएगा, डॉटेज है, बायगैमी है एंड मोनोगैमी है। पॉली मीन्स मल्टीपल हो जाता है, मोनो मीन्स सिंगल हो जाता है, डॉटेज भी आ गया तो बायगैमी आ जाता है। ठीक है, गैमी मीन्स मैरिज, बाय मीन्स दो, पॉली मीन्स दो तो ज्यादा आ जाता है, ते सिंगल आ जाता है, तुहाडे कोल मोनो आ जाता है। ठीक है, तो एदा आ गया तुहाडे कोल पॉलीगैमी ऑफ हैविंग मोर देन वन स्पाउसेस। दैट डॉटेज होंदा है स्टेट ऑफ तुहाडा डिक्लाइन करना, जिवें कोई मैंटल बॉयज होंदा ना किसी दा, जिवें जिवें एज वधदी है ना डॉटिंग होना शुरू हो जाता है, मतलब इरिटेट करता है, स्टबन हो जाता है। कहते ना जो जो एज वधदी है तो बंदा दोबारा तो ओल्ड होना शुरू हो जाता, मतलब वो बच्चों वाली हरकत होंगी है, तो डॉट एज आ जाएगा। एदा आंसर मल्टीपल वाला तो वर्ड ही पॉली आ जाता, तो याद करो जो मल्टीपल आ जाए पॉली आ जाएगा, दो आ जाए बाई आ जाएगा, एक आएगा तो मोनो आ जाएगा। उस बाद फोर्थ आ गया तुहाडे कोल सिलेक्ट द करेक्ट ऑप्शन टू कंप्लीट द सेंटेंस। द कंपनीज फाइनेंशियल स्टेटमेंट्स वर ऑडिटेड टू इंश्योर कंफर्मिटी डैश द इंटरनेशनल टैक्सेशन स्टैंडर्ड्स प्रिस्क्राइब्ड फॉर लिस्टेड फर्म्स। हुण देखो ये भी तुहाडे कोल की फिल करना है तुसीं प्रैपोजिशंस। देखो अगर मैं कहां द कंपनीज फाइनेंशियल स्टेटमेंट्स वर ऑडिटेड टू इंश्योर कंफर्मिटी टू नहीं आएगा, टू कंफर्म द स्टैंडर्ड्स होंदा नहीं आ सकता, इनटू भी नहीं आ सकता, टू कंफर्म फिर क्या आएगा
कंफर्मिटी विद आ जाता है, विद समवन, विद आएगा द आंसर। द कंपनीज फाइनेंशियल स्टेटमेंट्स वर ऑडिटेड टू इंश्योर कंफर्मिटी विद इंटरनेशनल टैक्सेशन स्टैंडर्ड्स प्रिस्क्राइब्ड फॉर लिस्टेड ਤੁਹਾਡੇ फर्म्स आ जाते हैं। ऑप्शन नंबर सी ਤੁਹਾਡਾ सही है। प्रैपोजिशंस चंगी तरह पढ़ना, प्रैपोजिशंस के क्वेश्चन जरूर आते हैं। देखो तुसी हाईलाइट करो पार्ट्स ऑफ स्पीच, प्रैपोजिशन आ गया ਤੁਹਾਡਾ, टेंसेस आ गया ਤੁਹਾਡਾ, कंजक्शंस आ गया ਤੁਹਾਡਾ, ਤੁਹਾਨੂੰ बेसिक क्वेश्चन पूछे जाते हैं। ਜਿਹੜੇ ਬਾਕੀ ਆ ਜਾਂਦੇ ਨਾ ਨਾउन्स वगैरह ਤੁਸੀਂ ਕਹਿੰਦੇ ਉੱਥੋਂ ਨਹੀਂ ਪੁੱਛੇ ਜਾਂਦੇ ਸਪॉटिंग एरर्स ਚ ਪੁੱਛੇ ਜਾਂਦੇ ਤੁਹਾਨੂੰ ਉਹਦੇ ਚੋਂ। ਹੁਣ ਫਿਰ ਤੋਂ ਪ੍ਰੋਵਰਬ ਤੁਸੀਂ ਚੈੱਕ ਕਰਨਾ ਹੈ। ਦ ਨਿਊ ਇੰਟਰਨ ਹੈਜ਼ ਬਿਕਮ ਵੈਰੀ ਡੀਅਰ ਟੂ ਮੰਜੂਸ਼ਾ। They are perfect example of similar or like-minded people associating with one another। ਹੁਣ ਦੇਖੋ ਜਦੋਂ one another ਵਾਲਾ ਆ ਗਿਆ ਨਾ, ਇੱਕੋ ਵਰਗੇ ਲੋਕ ਹੈ, ਇੱਕੋ ਵਰਗੇ ਲੋਕ ਦਾ ਹੁੰਦਾ birds of ਤੁਹਾਡਾ ਇੱਕ ਚੀਜ਼ ਆ ਜਾਂਦੀ ਹੈ feather, they are flocking together। ਇੱਕੋ ਤਰ੍ਹਾਂ ਦੇ ਜੋ ਝੁੰਡ 'ਚ birds ਉੱਡ ਰਹੇ ਹੁੰਦੇ ਤੁਸੀਂ ਦੇਖਦੇ ਹੋ, ਤਾਂ ਇੱਕੋ ਤਰ੍ਹਾਂ ਦੇ ਜਿੰਨੇ ਵੀ ਲੋਕੀ ਹੁੰਦੇ ਨੇ ਜਿਨ੍ਹਾਂ ਦੇ ਸਿਮਿਲਰ ਇੰਟਰਸਟ ਹੁੰਦੇ ਆ, ਲਾਈਕਸ ਹੁੰਦੇ, ਡਿਸਲਾਈਕਸ ਹੁੰਦੇ ਆ, ਉਹ ਇਕੱਠੇ ਹੁੰਦੇ ਆ। ਤਾਂ ਫੈਮਿਲੈਰਿਟੀ ਬਰੀਡਿੰਗ ਕੰਟੈਂਪਟ ਨਹੀਂ, ਆ ਵੀ ਨਹੀਂ ਹੈ। ਇਹਦਾ ਮਤਲਬ ਹੁੰਦਾ ਜਿੰਨਾ ਤੱਕ ਤੁਸੀਂ ਕਿਸੇ ਨੂੰ ਜਾਣਨਾ ਸ਼ੁਰੂ ਕਰਦੇ ਹੋ ਨਾ, ਉਨੀ ਰਿਸਪੈਕਟ ਤੁਹਾਡੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸਟਿਲ ਵਾਟਰਸ ਰਨਿੰਗ ਡੀਪ, ਆ ਵੀ ਨਹੀਂ ਆਏਗਾ। ਕਾਮ ਐਕਸਟਰਨਲ ਆ ਜਾਂਦਾ ਹੈ ਕਿ ਨਹੀਂ, ਆ ਕੰਪੈਸ਼ਨੇਟ ਨੇਚਰ ਲਈ ਵੀ ਆ ਜਾਏਗਾ। ਐਬਸੈਂਸ ਮੇਕਿੰਗ ਦ ਹਾਰਟ ਗਰੋ, ਦੈਟ ਕਿ ਤੁਸੀਂ ਕਿਸੇ ਨੂੰ ਅਫੈਕਸ਼ਨ ਨਾਲ ਤੁਸੀਂ ਕਿਸੇ ਨੂੰ ਜ਼ਿਆਦਾ ਫੀਲ ਕਰਦੇ ਹੋ। ਜਦੋਂ ਤੁਸੀਂ ਕਿਸੇ ਤੋਂ ਦੂਰ ਜਾਂਦੇ ਹੋ ਤੁਹਾਨੂੰ ਓਨਾ ਉਸ ਬੰਦੇ ਦੀ ਯਾਦ ਆ ਜਾਂਦੀ ਹੈ, ਤਾਂ ਉਹਨੂੰ ਕਹਿੰਦੇ ਐਬਸੈਂਸ ਮੇਕਿੰਗ ਦ ਹਾਰਟ ਗਰੋ ਫੌਂਡਰ। ਠੀਕ ਹੈ, ਤਾਂ ਇਹਦਾ ਇੱਕੋ ਵਰਗਾ ਬਣਦਾ ਬਰਡਸ ਆਫ ਅ ਫੈਦਰ ਫਲॉकिंग ਟੂਗੇਦਰ। अच्छा मैलंकली की होंदा है, ਇਹਦਾ ਆਪਾਂ ਲੱਭਣਾ ਸਿਨੋਨਿਮ। ਮੈਲੰਕਲੀ ਹੁੰਦਾ ਸਟੇਟ ਆਫ ਸੈਡਨੈਸ। ਤੁਸੀਂ ਬਹੁਤ ਕਈ ਵਾਰ ਸੈਡ ਫੀਲ ਕਰਦੇ ਹੋ, ਤੁਸੀਂ ਕਿਸੇ ਬਾਰੇ ਯਾਦ ਕਰਦੇ ਹੋ, ਮੈਲੰਕਲਿਕ ਸਟੇਟ 'ਚ ਜਾਂਦੇ ਹੋ, ਉਹਨੂੰ ਮੈਲੰਕਲੀ ਕਹਿੰਦੇ ਆ। ਠੀਕ ਹੈ, ਆਫਟਰ ਹੀਅਰਿੰਗ ਦ ਟ੍ਰੈਜਿਕ ਨਿਊਜ਼, ਬੜੀ ਬੈਡ ਨਿਊਜ਼ ਸੁਣਨ ਤੋਂ ਬਾਅਦ ਹੀ ਸੈਡ ਇਨ ਅ ਡੀਪ ਮੈਲੰਕਲੀ। ਨੋਸਟੈਲਜੀਆ, ਐਂਗਜ਼ਾਇਟੀ ਹੁੰਦਾ ਜਦੋਂ ਤੁਹਾਨੂੰ ਕੋਈ ਬਹੁਤ ਜ਼ਿਆਦਾ ਚੀਜ਼ ਨਾ, ਪੇਪਰ ਦਾ ਰਿਜ਼ਲਟ ਆਉਣ ਵਾਲਾ ਹੋਏਗਾ, ਸਾਰੇ ਜਾਣੇ ਐਂਗਜ਼ਾਇਟੀ 'ਚ ਚਲੇ ਜਾਂਦੇ ਆ। ਫੈਟੀਗ, ਤੁਸੀਂ ਥੱਕ ਜਾਂਦੇ ਹੋ। ਐਂਗੁਇਸ਼, ਤੁਹਾਡਾ ਗੁੱਸਾ ਆ ਜਾਂਦਾ ਹੈ। ਤਾਂ ਇਹਦੇ ਵਿੱਚ ਤੁਹਾਡਾ ਨੋਸਟੈਲਜੀਆ ਆ ਜਾਂਦਾ, ਜਦੋਂ ਤੁਸੀਂ ਪੁਰਾਣੀ ਚੀਜ਼ਾਂ ਨੂੰ ਕਦੀ ਯਾਦ ਕਰਦੇ ਹੋ ਤੁਸੀਂ ਸਟੇਟ ਆਫ ਮੈਲੰਕਲੀ 'ਚ ਚਲੇ ਜਾਂਦੇ ਹੋ। ਠੀਕ ਹੈ, ਉਸ ਤੋਂ ਬਾਅਦ 7th ਆ ਗਿਆ ਤੁਹਾਡੇ ਕੋਲ, ਸਿਲੈਕਟ ਦ ਮੋਸਟ ਐਪਰੋਪ੍ਰੀਏਟ ਈਡੀਅਮ ਦੈਟ ਯੂ ਕੈਨ ਸਬਸਟੀਟਿਊਟ। ਅੱਛਾ, ਈਡੀਅਮ ਲੱਭਣਾ ਹੈ। ਵੈਨ ਦ ਯੰਗ ਬॉय was accused of using fraudulent means, he did not flinch or react, instead he remained stoic। ਠੀਕ ਹੈ, ਇਹਦਾ ਮਤਲਬ ਕੀ ਆ ਰਿਹਾ ਹੈ, ਜਦੋਂ ਤੁਸੀਂ ਇੱਕ ਬੰਦੇ ਨੇ ਇੱਕ ਨਿਊਜ਼ ਤੁਸੀਂ ਕਹਿ ਦਿੰਦੇ ਹੋ ਯੰਗ ਬॉय ਨੂੰ ਇੱਕ ਫਰਾਡਲੈਂਟ, ਮਤਲਬ ਉਹਨੇ ਕੀਤੀ ਨਹੀਂ ਸ਼ਾਇਦ ਗਲਤੀ ਜਾਂ ਕੁਝ, ਤੇ ਉਹਨੇ ਕੀ ਕੀਤਾ, ਫਰਾਡਲੈਂਟ ਸੁਣਿਆ। ਸਟੋਇਕ ਪਤਾ ਕੀ ਹੁੰਦਾ, ਜਿਹੜਾ ਬੰਦਾ ਬਿਲਕੁਲ ਹੀ ਤੁਸੀਂ ਕਹਿ ਦਿੰਦੇ ਹੋ ਨਾ ਇਮੋਸ਼ਨਲੈਸ ਹੋ ਜਾਂਦਾ ਹੈ, ਬਲੈਂਕ ਇੰਪ੍ਰੈਸ਼ਨਸ ਹੋ ਜਾਂਦੇ, ਸਟ੍ਰੇਟ ਫੇਸ ਹੁੰਦਾ ਹੈ। ਜਿਵੇਂ ਕਈ ਵਾਰ ਬੋਲਿਆ ਜਾਂਦਾ ਜਿਹੜਾ ਅਰਜੁਨ ਰਾਮਪਲ ਹੈ ਐਕਟਰ ਹੀਰੋ, ਉਹ ਸਟੋਇਕ ਫੇਸ ਸ਼ੋ ਕਰਦਾ, ਮਤਲਬ ਉਹਦਾ ਸਟ੍ਰੇਟ ਫੇਸ ਹੈ, ਕੋਈ ਵੀ ਇਮੋਸ਼ਨਸ ਵਾਲਾ ਸੀਨ ਆ ਜਾਏ ਉਹਦਾ ਸਟ੍ਰੇਟ ਫੇਸ ਆ ਜਾਂਦਾ ਹੈ, ਤਾਂ ਸਟੋਇਕ ਆ ਜਾਂਦਾ ਹੈ। ਸਟੋਇਕ ਉਹਨਾਂ ਨਾਲ ਰਿਐਕਟ ਨਹੀਂ ਕਰਦਾ। ਤਾਂ ਦੈਟ ਐਨ ਆਈਲਿਡ ਦੇਖੋ ਪਹਿਲਾਂ ਹੀ ਆ ਜਾਂਦਾ ਹੈ, ਜਿਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਕੋਈ ਵੀ ਸਰਪ੍ਰਾਈਜ਼, ਕੋਈ ਵੀ ਇਮੋਸ਼ਨਸ ਕੁਛ ਵੀ ਨਹੀਂ ਸ਼ੋ ਕਰਦੇ ਜਦੋਂ ਕੁਝ ਸ਼ੌਕਿੰਗ ਹੋ ਜਾਏ। ਜੰਪ ਆਊਟ ਆਫ ਸਟਿਮ ਹੁੰਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਫਰਾਈਟਨ, ਡਰ ਜਾਂਦੇ ਹੋ। ਹਿੱਟ ਦ ਰੂਫ, ਤੁਸੀਂ ਬਹੁਤ ਗੁੱਸਾ ਕਰ ਦਿੰਦੇ ਹੋ। ਐਂਡ ਵੇਅਰ ਦ ਹਾਰਟ ਔਨ ਦ ਸਲੀਵਸ ਹੁੰਦੇ ਆ, ਤੁਸੀਂ ਆਪਣੇ ਇਮੋਸ਼ਨਸ ਨੂੰ ਬਹੁਤ ਜ਼ਿਆਦਾ ਓਪਨਲੀ ਸ਼ੋ ਕਰਦੇ ਹੋ। ਯੂ ਵੇਅਰ ਦ ਹਾਰਟ, ਔਰ ਯੂ ਕੈਨ ਸੇ ਯੂ ਵੇਅਰ ਹੀ ਵੋਰ ਹਿਜ਼ ਹਾਰਟ ਔਨ ਹਿਜ਼ ਸਲੀਵ, ਮਤਲਬ ਉਹਨੇ ਉਹ ਇਮੋਸ਼ਨਸ ਨੂੰ ਓਪਨਲੀ ਐਕਸਪ੍ਰੈਸ ਕੀਤਾ, ਉਹਦੇ ਲਈ ਆ ਜਾਂਦਾ ਹੈ। ਤਾਂ ਇਹਦੇ ਵਿੱਚ ਉਹ ਬੰਦਾ ਸਟੋਇਕ ਹੈ, ਮਤਲਬ ਉਹ ਕੋਈ ਵੀ ਬੈਟ ਐਨ ਆਈਲੈਂਡ, ਮਤਲਬ ਉਹ ਅੱਖਾਂ ਵੀ ਨਹੀਂ ਝਪਕਾ ਪਾ ਰਿਹਾ, ਉਹ ਇੰਨਾ ਜ਼ਿਆਦਾ ਇਮੋਸ਼ਨਲੈਸ ਆ ਜਾਏਗਾ। ਤਾਂ ਇਹ ਆਪਸ਼ਨ ਆ ਗਿਆ। ਅਗਲਾ ਆਪਣੇ ਕੋਲ ਆਰਸੀ ਆ ਰਿਹਾ। ਆਰਸੀ ਸਿਮਿਲਰ ਵੇ ਨਾਲ ਪੜ੍ਹਦੇ ਆਪਾਂ, ਤੁਸੀਂ ਪੌਜ਼ ਕਰ ਸਕਦੇ ਹੋ ਸਕਰੀਨਸ ਨੂੰ ਬੈਟਰ ਉਹਦੇ ਰਿਵਾਈਜ਼ ਜਾਂ ਕਨਸੈਪਟ ਨੂੰ ਕਲੀਅਰ ਕਰਨ ਵਾਸਤੇ, ਰਾਈਟ। ਲੈਟਸ ਸਟਾਰਟ। A little girl was sitting back on her heels beside a clump of daisies that grew against the fence। ਹੁਣ ਉਹ ਬੈਠੀ ਹੈ, ਠੀਕ ਹੈ, back on her heels, ਜਿਹਦੇ ਵਿੱਚ daisies ਇਧਰੋਂ ਗ੍ਰੇ ਕੇ fence ਦੇ ਪਿੱਛੇ grew ਕੀਤੇ। She had her back to Rosie and was holding tight to the handle of a large wicker basket that stood on the ground beside her। Kara seemed unfazed by the girl's presence and continued to move engrossed along the row of plants। Rosie bent forward to look through the clearest of the panes and peer closer. Child was small, maybe around 8 or 9, and although something in the tense hunch of her shoulders made her seem older, her hair hung down her back in a matted, dusty-looking plait, and she was wearing dressing-up clothes, an angle-length dress, and pinafore in washed-out grays and tans like a homemade Cinderella costume. Okay, so the dressing ਲਈ ਬਹੁਤ ਅੱਛਾ ਦੱਸਿਆ ਗਿਆ। Where on earth had she come from? She must be neighbor's child, but how had she got in? कि पता नहीं किथों दी हो। The wooden fences that separated the gardens between each of the houses and the terrace were high,
surely too high for a girl child to climb, कि इन्ना तो बच्चा छोटा जेड़ा climb ही नहीं कर सकता. The child glanced over her shoulder back towards the houses, a quick furtive movement as if she was scanning the upper windows of the row, afraid of being overlooked. Rosie caught a glimpse of her face, pale and drawn with anxiety, before the girl turned back and reached forward to quickly tuck a piece of trailing white cloth into the basket. Now this is a beautiful one. ਇਹਦੇ 'ਚ ਸਿਰਫ ਤੁਹਾਡੀ descriptions ਹੈ, narrative ਹੈ, story ਕੋਈ story liner नहीं है, ना ही कोई ਤੁਹਾਨੂੰ reasons या कुछ चीज़ें identify ਕੀਤਾ ਗਿਆ, but ਤੁਹਾਨੂੰ एक generic ਤੁਹਾਨੂੰ story line ਦਿੱਤੀ गई है. Select the most appropriate title of this passage. The Lost Cinderella, Rosy Day in the Garden, The Neighbor's Gift, The Girl by the Fence. ਹੁਣ ज़्यादातर ਤਾਂ Girl by the Fence क्योंकि ਉਹ ਕਿੱਦਾਂ ਆ ਗਈ ਇੱਧਰ ਕਿਵੇਂ ਆਈ ਹੈ, ਛੋਟੀ ਹੈ, ਉਹਨੇ climb ਕੀਤਾ ਕੀ ਕੀਤਾ, ਤਾਂ ਆ ਜਾਏਗਾ Girl by the Fence ਤੁਹਾਡਾ ਆ ਜਾਏਗਾ. अगला तुहाडे कोल आ जांदा है क्वेश्चन, हाउ डज द राइटर्स यूज ऑफ स्ट्रक्चर कंट्रीब्यूट टू द सेंस ऑफ मिस्ट्री इन द पैसेज. मिस्ट्री किवें कंट्रीब्यूट कर रहे हैं? By gradually revealing details of girls' appearance and behavior, building suspense. हाँ, होली होली डिटेल्स जा रही हैं, बिल्कुल सही है. By alternating between the perspectives of Rosie and child to create dramatic irony. कोई irony create नहीं हुई है, कोई कुछ दस्सिया नहीं गया. मैं तुहानू starting च दस्सिया सिर्फ ਉਹਦੇ costumes, ਉਹਦੇ dressings and ਉਹਦੀ ਚੀਜ਼ਾਂ ਦस्सिया गया, ਹੋਰ कुछ नहीं दस्सिया. By describing the setting in detail before mentioning any character. By starting with Rosie's inner thoughts and then shifting to cheerful description of the garden. ਤਾਂ ਤੁਹਾਡੇ ਕੋਲ ਪਹਿਲਾਂ ਹੀ ਆ ਰਿਹਾ ਹੈ, by gradually revealing details of the girl's appearance and behavior, building suspense, क्योंकि आही चीज़ें आप दसिया गई हैं. लास्ट है, what is the dominant tone of the passage. टोन किवें है? होली होली डिस्क्रिप्शन है, मूवीज च होंदा है, कोई ड्रामे च होंदा है, स्लोली स्टेडली वो करैक्टर नू रिवील करदे, ਉਹਦਾ फेस दिखांदा, ਉਹਦਾ चेहरा दिखांदे है, सस्पेंसफुल आ गया ਇਹਦੇ ਵਿੱਚ. ऐसे कोई पॉजिटिव नहीं है, कोई फॉर्मल नहीं है, कोई नॉस्टैल्जिया नहीं है, कोई चेयरफुल नहीं है, बस चीज़ां नू सस्पीशियस से टेंस वांगू दस्सिया गया, वो किवें आ गई इधर, किवें क्लाइम किया, वो की कर रही है, तो सस्पेंसफुल एंड टेंस तुहाडे कोल आ गया, सस्पीशियस है, ए ऑप्शन आ गया. अगला करते हैं आप PSTCL का अगला अपने कोल. हुण आ वाला आ गया कि फिल इन द ब्लैंक विद द मोस्ट एप्रोप्रिएट ऑप्शन. सुना फिर तो तुहाडा की है, वर्ब दे बेसिस ते ही आ रहा है. ही promised to dash the truth when the right time came. ਉਹ ट्रुथ ਨੂੰ ਕੀ ਕਰੇਗਾ? promise to reveal the truth, है ना, होली होली रिवील, रिफ्यूज्ड नहीं, मना नहीं करेगा, हाइड्स नहीं करेगा, राइट टाइम आएगा तो दसूंगा, रिवील्स नहीं आएगा, रिवील आएगा. तुसी वर्ब्स दी टेंस भी करने, ही प्रॉमिस टू आ गया, प्रॉमिस टू रिवील होता है, प्रॉमिस टू रिवील्स नहीं होता है, टू नाल अननेसेसरी एस नहीं लगेगा. आइडेंटिफाई द एंटोनिम ऑफ द हाईलाइटेड वर्ड. द जनरस मैन है, हुण जनरस तुहाडे कोल एंटोनिम है, जनरस तुहाडे कोल पहला भी वर्ड आ चुका है, फिलैंथ्रोपिस्ट तुहानू कराया गया सी जिहड़ा सब दी हेल्प करदा है. ओपोजिट की आ जाएगा इहदा, जनरस का ऑपोजिट आ जाता है जिहड़ा बंदा बहुत ज़्यादा की है, काइंड आ जाता है ना. कर्टियस भी होंदा जिहड़ा बड़ा सॉफ्ट हो जाता है, लेकिन आप एंटोनिम दसना है, आ भी पॉजिटिव, आ भी पॉजिटिव. लिबरल भी होंदा जिहड़ा लिबरल आइडियाज है, उसकी सोच नैरो नहीं है, ही इज़ वेरी लिबरल इन हिज माइंडसेट, आ भी तुहाडा पॉजिटिव आ गया. इक्को ही बचा तुहाडे कोल, सैल्फिश इज़ अ नैगेटिव वर्ड. ठीक है, सैल्फिश होना मतलब किसी दी आपां बड़े एरोगेंट रहने, तो ओपोजिट जनरस आ सैल्फिश आ जाता, जिहड़ा सिर्फ अपना सोचता है. थर्ड आ जाता अपने कोल फिर तो जंबल सेंटेंसेस ने. हुण इहदे विच आपां नूं पहला नाउन ही आइडेंटिफाई करना, होर आपां कुछ नहीं करना. सस्टेनेबल डेवलपमेंट, मीटिंग द नीड्स ऑफ प्रेजेंट विदाउट कंप्रोमाइजिंग टू, भाई ये ही अपना स्टार्टिंग बनेगा. तो श्योर है, सस्टेनेबल डेवलपमेंट फोकसेस ऑन मीटिंग द नीड्स ऑफ प्रेजेंट, ऑन विदाउट कंप्रोमाइजिंग, टू मीट द नीड्स ऑफ 9603. हुण देखो इहदे विच तां आ रहा है, आई थिंक बी ही तुहाडा बन रहा है, होर तुहाडे कोल कोई बन नहीं रहा इहदे विच आंसर, तो तुसी ए दे नाल बी आएगा, फिर तुहाडे कोल सी बन रहा है, तो डी, बस ABCD बन रहा है, तुहाडा बी ऑप्शन आ गया इहदे विच तुहाडा. ठीक है, अगला भी तुहाडे कोल की आ रहा है, in the sentence a part of speech has been highlighted, select the option that replaces the highlighted phrase. अच्छा, suitable proverb वाला आ गया, highlighted नहीं है, मैं तुहानू दस दिया इहदे विच. Before proceeding with the experiment, Mananya reminded her team that a careful planning and prudence prevents accident. अच्छा, आ चीज़ होएगी कि पहला ही चीज़ नूं प्लान किया जाए तो ऑब्वियसली गलतियां घट होणगियां, एक्सीडेंट्स घट होणगे. Better a lean piece than a fat victory. A stitch in time saves 9. Action speaks louder than words. Caution is the parent of safety. भाई देखो पहला जड़ा better a lean pace then a fact victory, कि it is better to have a modest peace than a costly win, है ना. तुहानू पीस ज़्यादा इंपॉर्टेंट है, आ नहीं कि तुसीं सब कुछ गवाता है अपना तो फिर तुसीं जित रहे हो, वो कोई फायदा नहीं है. A stitch in time saves 9 आ भी ठीक है तुहाडा, बट इहदे नाल नहीं लिंक्ड है. ਇਹਦਾ मतलब ਹੁੰਦਾ कोई इमीडिएटली ਆਪਾਂ कोई प्रॉब्लम नू प्रिवेंट कर सकते हैं, है ना.
कि अगर आप जल्दी जल्दी स्टिच इन टाइम मतलब होंगे कि जदों ही कोई गलती हुई मैं नाल ही नाल उस चीज़ से प्रैक्टिस कर रही हूँ, उस चीज़ को ठीक कर रही हाँ स्टिच इन टाइम। हुण वो नाल दे नाल वो कह रहा पहला ही करो, एक्शन स्पीक्स लाउडर दैन वर्ड्स। कहना मैं पढ़ रही हाँ जब तक मैं किताब नहीं खोल रही हूँ कोई फायदा नहीं। थोड़े एक्शनस इंपॉर्टेंट है, जो तुम एक्चुअल च पढ़ रहे हो 4-5 घंटे वो इंपॉर्टेंट है, ना कि सिर्फ गल्लां करनियां। तो एक्शन स्पीक्स लाउडर दैन वर्ड्स। कॉशन इज द पेरेंट ऑफ सेफ्टी, मतलब कॉशन लैना, अपने चीज़ों का ध्यान रखना उही इंपॉर्टेंट है, दैट इज अ पेरेंट ऑफ सेफ्टी। डी ऑप्शन तुहाडे कोल आ जाएगा ये। लेकिन कॉशन वाला ना ये थोड़ा हाँ फोर्थ ही बनेगा। देखो ये स्टिच इन टाइम सेव्स 9 नहीं आएगा। स्टिच इन टाइम सेव्स 9 थोड़ा हैक है, थोड़ा एक ओ वाला आ जाता, तुसी ਇਹਦੇ ਵਿੱਚ कंफ्यूज हो सकते हो, ठीक है, क्योंकि ਇਹਦੇ ਵਿੱਚ आ जाता है इमीडिएटली प्रिवेंट कर देगा, उस तो बाद अब पहला ही आप करना है। कॉशन इज द पेरेंट ऑफ सेफ्टी आएगा। अगला है फिल इन द ब्लैंक विद द मोस्ट एप्रोप्रिएट ऑप्शन। द ओल्ड मैंशन हैड डैश चार्म दैट मेड विजिटर्स फील दे स्टेप्ड बैक इन टाइम। द ओल्ड मैंशन किवें दा चार्म हुंदा सीगा कि ਜਿਹੜੇ ਵਿਜ਼ਟਰ ਸੀਗੇ ਨਾ ਉਹ ਪੁਰਾਣੇ ਟਾਈਮ 'ਚ ਚਲੇ ਜਾਂਦੇ ਸੀਗੇ। ਜੇ ਪੁਰਾਣੇ ਟਾਈਮ 'ਚ ਜਾਂਦੇ ਨੇ ਫਿਰ ਤਾਂ ਉਹਨਾਂ ਨੂੰ ਟੈਂਪਰੇਰੀ ਤਾਂ ਨਹੀਂ ਹੋਏਗਾ, ਮਾਡਰਨ ਤਾਂ ਨਵੇਂ ਵਾਸਤੇ ਆ ਗਿਆ, ਆਰਟੀਫਿਸ਼ੀਅਲ ਤਾਂ ਫਿਰ ਉਹ ਪੁਰਾਣੇ ਟਾਈਮ 'ਚ ਨਹੀਂ ਜਾਣਗੇ, ਐਂਟੀਕ ਆਏਗਾ, ਤਾਂ ਕਰਕੇ ਉਹਨਾਂ ਨੂੰ ਸਾਰੀ ਪੁਰਾਣੀ ਚੀਜ਼ਾਂ ਯਾਦ ਆਉਂਦੀਆਂ। ਆਪਾਂ ਕਿਸੇ ਸਾਡਾ ਪੰਜਾਬ ਟਾਈਪ ਹਵੇਲੀ ਟਾਈਪ ਕਿਤੇ ਜਾਂਦੇ ਹਾਂ ਤਾਂ ਆਪਾਂ ਨੂੰ ਪੁਰਾਣੇ ਪੰਜਾਬ ਦੀ ਗਲਿਮਸ ਵਿਖਦੀ ਹੈ, ਤਾਂ ਉਹ ਐਂਟੀਕ ਚੀਜ਼ਾਂ ਰੱਖੀਆਂ ਹੁੰਦੀਆਂ, ਤਾਂ ਕਰਕੇ ਦਾ ਆਨਸਰ ਕੀ ਆ ਗਿਆ, ਐਂਟੀਕ मतलब ਪੁਰਾਣਾ ਆ ਗਿਆ ਤੁਹਾਡੇ ਕੋਲ, ਠੀਕ ਹੈ, ਪੁਰਾਣੀ ਚੀਜ਼ਾਂ ਦਾ ਯਾਦ ਕਰਨਾ। अगला है तुहाडे कोल फिर तो तुसी ईडियम दसना है। After the sudden market crash, investors were left to return to a satisfactory situation. बिल्कुल एक sudden crash होया, investors were left कित्थे रह गए हो, to return to a satisfactory situation। देखो उन्हां दे विच भी मल्टीपल आ जांदे अपने कोल। पहला आ गया अपने कोल थ्रो इन द टॉवल हुंदा है कि आपां गिव अप करता, आपां डिफीट नूं एडमिट करता, आपां गिव अप करता है, उन्होंने आपां कह दिंदे आ थ्रो इन द टॉवल कह दिंदे आ, ठीक है। अगला आ रहा है तुहाडे कोल बर्न बोथ एंड्स ऑफ द रोप। बर्न बोथ एंड्स मतलब होंदा है टू वर्क एक्सेसिवली हार्ड, ਜਦੋਂ तक ਆਪਾਂ ਰੈਸਟ ਵੀ ਨਹੀਂ ਕਰ ਰਹੇ ਆਪਾਂ ਬਰਨਿੰਗ ਕਰ ਰਹੇ ਹਾਂ। पिक अप द पीसेस होंदा है टू रिस्टोर करना सिचुएशन को, नॉर्मलिटी ਨੂੰ रिकवर करना उस चीज़ तो। ते पिक अप द वुड स्टोन होंदा है कि आ तो ਤੁਹਾਡਾ ਕੋਈ ईडियम ही नहीं है टू पिक अप द वुड एंड द स्टोन्स, आ कोई ईडियम नहीं है ਤੁਹਾਡਾ। ਤਾਂ ਕਿਹੜਾ ਬਣ ਜਾਂਦਾ ਆਪਣੇ ਕੋਲ रिटर्न टू सैटिस्फैक्टरी वाले च, आता ही आएगा ना सैटिस्फैक्टरी च। अगर आप जाना है तो आप रिस्टोर करना पुरानी चीज़ों तो अपने को बन जाएगा पिकअप द पीसेस बन जाएगा ਇਹਦਾ, ठीक है। बाकी कोई मैच नहीं कर रहा तो सी ऑप्शन अपने को बिल्कुल सही आ रहा है। अगला है अपने को what word describes a person who is knowledgeable, educated, particularly in a specific subject or field। ਜਿਹਨੂੰ बहुत नॉलेज होंगी है ना, क्लेवर होंगे, चलाक हो गया। आर्टिकुलेट होंगे जो मैं कहनी कि कोई चीज़ है बंदा मैं आर्टिकुलेट करा, मतलब अपने एक्सप्रैशनस नूं, अपने इमोशनस नूं, अपनी फ्लुएंसी नूं बहुत अच्छी तरह मैं डिस्क्राइब कर रही हाँ, अपने चीज़ों नूं रख पा रही हाँ, वो चीज़ हो जाता है आर्टिकुलेट करना। आर्टिकुलेशन होंदा है बोलना हो जाता है उहदे विच। थर्ड आ जाता तुहाडे कोल एरोडाइट होंदा है, जो तुसी ग्रेट नॉलेज है, बहुत इंटैलीजेंट है बंदा। तो एलिगेंट होंदा है कोई बंदा बहुत अच्छा स्पीकर है, जिवें बहुत अच्छी इंग्लिश बोल रहे, बहुत अच्छा स्पीकर आ जाता है, उन्होंने एलिक्वेंट स्पीकर बोलते हैं। तो ये आ जाता नॉलेजेबल की गल हो रही है तो अपने को एरोडाइट आ जाएगा। एरोडाइट हुंदा ही वो बंदा है जो बहुत ज़्यादा एक नॉलेजेबल है, एक्सपर्ट आ जाता है। सॉरी, अगला तुहाडे कोल फिर आ गया आरसीज आ जाता है। रीड करते हैं आरसी आपां। हाई इन द हिमालयाज lies the town of Leh, once a vital stop on the Asian Silk Route. Traders from Tibet, Central Asia and Kashmir exchanged silk, spices, turquoise in bustling markets. Though the caravans are gone, Leh still echoes with the sense of timelessness. Its monasteries perched on rocky cliffs preserve centuries-old manuscripts, paintings, rituals that continue to guide the spiritual life of the people. The town also reflects resilience. At an altitude where oxygen thins and winters bite harshly, its inhabitants have mastered the art of survival. Traditional houses built with mud bricks and flat roofs keep warmth inside, while narrow alleys shield against icy winds. Now entirely it is about Leh ਦਾ पूरा सिनेरियो दस्या जा रहा है, पहला किवें सीगा, हुण की चीज़ां हो रही ने, हाले भी बहुत चीज़ां प्रिजर्व ने। Recent decades which Leh has drawn explorers, trekkers, scholars who admire both its rugged landscapes and its cultural heritage. The snow-capped peaks surrounding the town remind visitors that nature's grandeur often demands humility. Leh is more than a tourist destination, it's living testimony of endurance है उथे,
ਫੇਥ ਹੈ, ਇੰਡਿਓਰਿੰਗ ਡਾਇਲੌਗ ਬਿਟਵੀਨ ਦ ਮੈਨ ਐਂਡ ਦ ਮਾਊਂਟ। ਮਤਲਬ ਬਿਊਟੀ ਆਫ ਲੇ, ਕਿਵੇਂ ਕਿਵੇਂ ਅੱਜ ਵੀ ਉਹਨੇ ਪੁਰਾਣੀ ਚੀਜ਼ਾਂ ਨੂੰ ਐਡਮਾਇਰ ਕਰਦੇ ਆ ਆਪਾਂ, ਚੀਜ਼ਾਂ ਲਿਖੀਆਂ ਹੋਈਆਂ ਨੇ, ਕੱਲੀ ਟਰੈਵਲ ਡੈਸਟੀਨੇਸ਼ਨ ਨਹੀਂ ਹੈ ਬਟ ਬਹੁਤ ਚੀਜ਼ਾਂ ਆ ਜਾਂਦੀਆਂ। ਸਿਗਨੀਫਿਕੈਂਸ ਕੀ ਆ ਜਾਂਦੀ ਹੈ ਲੇ ਦੀ ਇਨ ਏਸ਼ੀਅਨ ਟਾਈਮਸ, ਹੁਣ ਆ ਜਾਂਦਾ ਹੈ ਇਟ ਵਾਜ਼ ਸੈਂਟਰ ਫॉर एग्रीकल्चर इनोवेशन, इट वाज क्रूशियल स्टॉप ऑन सिल्क रूट, इट वाज मेनली नोन फॉर इट्स मिलिट्री फोर्ट्स, इट वाज एस्टैब्लिश्ड ऑन कॉलोनल आउटपोस्ट। तो की आ जाएगा आपने क्या कहना ना, आज सिल्क रूट का स्टार्टिंग च पहली लाइन ही आ जाता, पहला पैराग्राफ च सिल्क रूट का आ गया मेन स्टॉप, आप पहली लाइन च देते हो पढ़ो, सिल्क आ गया, स्पाइसिस आ गया, टर्की हाउस आ गया, ठीक है। बेस्ट समरी उन समरी जाना, हर चीज़ आनी चाहिए अपने को। इट स्ट्रगल्स विद सर्वाइवल, नहीं कोई सर्वाइवल का स्ट्रगल वगैरह वाली गल नहीं आएगी, क्योंकि ये बहुत पॉजिटिव्स भी दसे गए थे। इट इज़ फेमस फॉर इट्स लग्जरीज रिजॉर्ट्स एंड दिस, हाँ फेमस है लेकिन कल आही चीज़ा नहीं है, लग्जरी रिजॉर्ट्स एंड वो चीज़ा नहीं आएगा, हाईटेक इंफ्रास्ट्रक्चर नहीं, आ चीज़ा इन्ना क्लीयर नहीं दसिया गई ने। ये रिप्रेजेंट्स अ ब्लेंड ऑफ हिस्ट्री, स्पिरिचुअलिटी, रेजिलियंस एंड नेचुरल ग्रैंडर, बिल्कुल सही, क्योंकि अब बहुत चीज़ों का मिक्सचर आ गया। जदों भी आ जाए समरी आता ना, तुसी एक तो ज़्यादा चीज़ां उहदे च पॉजिटिव नैगेटिव सब दसते हो, वो चीज़ होंदी है एग्जैक्ट अबाउट द पैराग्राफ। मॉडर्न इंडस्ट्रीयल टाउन नहीं यार, कुछ नहीं दे मेन आप दसना, सी आ जाएगा अपना ऑप्शन। लास्ट आ जाता है व्हाट डज द ऑथर एम्प्लॉय अबाउट द नेचर ऑफ ले, फुली कॉन्कर्ड बाय टेक्नोलॉजी नहीं, प्रिवेंट्स कल्चरल डेवलपमेंट, हॉस्टाइल है, शुड बी फियर्ड नहीं, डिमांड्स ह्यूमिलिटी फ्रॉम ह्यूमनस। वेरी नाइस, लास्ट आ जाएगा, इको ही थोड़ा सेंस करता है। एक पेपर अपना होर आ जाता है ये, आई थिंक बहुत चीज़ां ये रेपिटिशन क्वेश्चनस मिलणगे, जो हम लास्ट पेपर मैं करवाने लगी हाँ, आ तुहानूं रेपिटेड क्वेश्चनस मिलणगे ये, जो आप पहला किया सीगा आई थिंक सेम ही आ रहा तुहाडा दोबारा तो, ठीक है। आ ब्लू आ जाता, ब्लू ही स्टॉप आप वाला कर चुके उत्ते क्वेश्चन, लास्ट वाला तुहानूं सिर्फ रिपीट किया गया आई थिंक, आ यूनिवर्स वाला है, प्रोड्यूस्ड कॉन्क्रीट, आ दोबारा क्वेश्चन वही है बस, ठीक है। आप सारे पेपर कर चुके हैं, आ लास्ट तुहाडा वही वाला पहला आप किया सीगा, दैट्स डन। आही सी तुहाडा ईजी लगा होवे, आई होप तुहाडे आ सारे मल्टीपल 6 पेपर सी, पर्टिकुलरली आ 7 तुहाडा रिपीटेड है। डॉक्यूमेंटेशन तुसीं डाउनलोड कर लेना, कोई प्रॉब्लम आवे किसी क्वेश्चन च कमेंट्स तुसीं दसना। एवं टॉपिक्स प्रैक्टिस करनी, आरसीज ईजी है, कोई डिफिकल्ट नहीं है, जबल्ड भी ईजी है, प्रैक्टिस नाल आ जाएंगे। फिल इन द ब्लैंक्स बेसिक पार्ट्स ऑफ स्पीच है, पर रूल्स पता होने चाहिए हैं, तो कुछ कुछ क्वेश्चन और जो बाकी वोकैबलरी दे आ जाते हैं वो भी इंपॉर्टेंट है, पर बहुत टफ नहीं है। उस प्रोवर्ब आ गया, ईडियम्स आ गए, फ्रेजेस आ गए, दैट्स ऑल। आई होप तुहानूं लैक्चर वधिया लगा होवे, तुसीं इंजॉय किया होवे, तो तुहानूं बहुत ज़्यादा बोरिंग ना लगा होवे। सो ऑल द बेस्ट, कोई भी डाउट्स है ड्रॉप कर देना कमेंट सेक्शन च, एंड टेक केयर, हैव अ गुड डे। प्रिपरेशन स्टार्ट कर दो, क्लासेस ऑलरेडी स्टार्टेड ने, तो अपने कंसैप्ट्स नूं बिल्कुल बेसिस तो आई वुड से तुसीं रिवाइज करो, क्योंकि 10 नंबर दी आने वाली है, बहुत अच्छा नंबर है, तो अपने नंबर नूं क्रैक करो, इसी तरह अपनी प्रैक्टिस करते रहो। ऑल द बेस्ट गाइस, टेक केयर, हैव अ गुड डे।